ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਭਾਈ ਆਪਾਂ ਨੂੰ ਮਹਾਰਾਜ ਨੇ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਸਦਕਾ ਜੋ ਇਤਿਹਾਸ ਦੀ ਕਥਾ ਲੜੀਵਾਰ ਚੱਲ ਰਹੀ ਹੈ, ਬਹੁਤ ਹੀ ਮਹਾਨ ਵਿਦਵਾਨ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤਰੇਣ ਕਵੀ ਪ੍ਰੇਮ ਸਿੰਘ ਜੀ, ਜਿਨ੍ਹਾਂ ਨੇ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਬਹੁਤ ਸੋਹਣੀ ਸੁੰਦਰ ਛੰਦਾਬੰਦੀ ਅੰਦਰ ਲਿਖਿਆ। ਇਹ ਇਤਿਹਾਸ ਸੰਤਰੇਣ ਪ੍ਰੇਮ ਸਿੰਘ ਜੀ ਨੇ ਆਪਣੇ ਵਡੇਰੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਅੰਸ਼ ਬਾਬਾ ਵਿਨੋਦ ਸਿੰਘ ਜੀ, ਜੋ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਜਿਨ੍ਹਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਨੂੰ ਹਜ਼ੂਰ ਸਾਹਿਬ ਤੋਂ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਭੇਜਿਆ। ਬਾਬਾ ਕਾਹਨ ਸਿੰਘ ਭੱਲੇ, ਬਾਬਾ ਵਿਨੋਦ ਸਿੰਘ ਜੀ ਤ੍ਰੇਹਣ ਬੰਸ ਤੋਂ ਸੰਤਰੇਣ ਪ੍ਰੇਮ ਸਿੰਘ ਜੀ, ਜੋ ਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਪਰਿਵਾਰ ਵਿੱਚੋਂ 12ਵੀਂ ਪੀੜ੍ਹੀ ਵਿੱਚੋਂ ਸਨ। ਉਹਨਾਂ ਇਹ ਇਤਿਹਾਸ ਬਾਬਾ ਪ੍ਰੇਮ ਸਿੰਘ ਜੀ ਬੇਦੀ, ਜੋ ਕਿ ਇਹਨਾਂ ਦੇ ਛੋਟੇ ਗੁਰ ਭਾਈ ਸੀ, ਅਤੀ ਸਤਿਕਾਰਯੋਗ ਬ੍ਰਹਮ ਗਿਆਨੀ ਸੰਤ ਅਮੀਰ ਸਿੰਘ ਜੀ ਸੱਤੋ ਗਲੀ ਵਾਲੇ, ਜੋ ਕਿ ਭਾਈ ਮਨੀ ਸਿੰਘ ਜੀ ਦੀ ਚਲਾਈ ਹੋਈ ਟਕਸਾਲ ਦੇ ਉਸ ਸਮੇਂ ਮੁਖੀ ਸਨ। ਉਹਨਾਂ ਕੋਲ ਇਹ ਇਕੱਠੇ ਵਿਦਿਆ ਪੜ੍ਹਦੇ ਸੀ ਤੇ ਫਿਰ ਬਾਬਾ ਪ੍ਰੇਮ ਸਿੰਘ ਬੇਦੀ ਜੀ ਦੇ ਕਹਿਣ ਤੇ ਹੀ ਸੰਤਰੇਣ ਪ੍ਰੇਮ ਸਿੰਘ ਜੀ ਨੇ ਇਹ ਇਤਿਹਾਸ ਬਾਬਾ ਵਿਨੋਦ ਸਿੰਘ ਜੀ ਦੀਆਂ ਲਿਖੀਆਂ ਸਾਖੀਆਂ ਔਰ ਕਵੀਰਾਜ ਭਾਈ ਸੰਤੋਖ ਸਿੰਘ ਜੀ ਦੇ ਲਿਖੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਸ੍ਰੀ ਨਾਨਕ ਪ੍ਰਕਾਸ਼
ਉਸ ਨੂੰ ਆਧਾਰ ਬਣਾ ਕਰਕੇ ਬਹੁਤ ਹੀ ਸੰਖੇਪ ਸਰਲ ਰੂਪ ਦੇ ਵਿੱਚ ਗੁਰਬਾਣੀ ਔਰ ਗੁਰਮਤਿ ਦੀ ਕਸਵੱਟੀ ਪਰ ਇਤਿਹਾਸ ਲਿਖਣਾ ਕੀਤਾ ਹੈ, ਜਿਸ ਦੀ ਲੜੀ ਤਹਿਤ ਕੱਲ ਆਪਾਂ ਦੂਸਰੇ ਮਹੱਲੇ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ ਦਾ 13ਵੇਂ ਘਰ ਦਾ ਜਿਹੜਾ ਪ੍ਰਸੰਗ ਉਹ ਸਰਵਣ ਕੀਤਾ ਹੈ ਕਿ ਕਿਵੇਂ ਖਡੂਰ ਦੇ ਰਹਿਣ ਵਾਲੇ ਖਹਿਰੇ ਜੱਟਾਂ ਨੇ ਫਿਰ ਮਹਲ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਬੇਨਤੀ ਕੀਤੀ, ਖਾਨ ਛਾਪਰੀ ਵਾਲੇ ਸਥਾਨ ਤੋਂ ਮਹਾਰਾਜ ਨੂੰ ਲਈ ਆਉਂਦੇ ਹਨ। ਰਸਤੇ ਵਿੱਚ ਭਾਈ ਸ਼ੀਹਾਂ ਖੱਤਰੀ ਜਾਤ ਦਾ ਉੱਪਲ ਗੋਤ ਦਾ ਜੋ ਗੁਰੂ ਸਾਹਿਬ ਨੂੰ ਮਿਲਿਆ, ਜਿਹੜਾ 100 ਬੱਕਰਾ ਲਈ ਆਉਂਦਾ ਸੀ। ਮਹਾਰਾਜ ਨੇ ਪੁੱਛਿਆ, ਭਾਈ ਇਹ ਕੀ ਹੈ? ਕਹਿੰਦਾ ਜੀ ਮੇਰੇ ਪੁੱਤਰ ਦਾ ਮੁੰਡਨ ਕਿਰਿਆ ਹੈ ਤੇ ਰਿਸ਼ਤੇਦਾਰਾਂ ਨੇ ਸਭ ਨੇ ਇਕੱਤਰ ਹੋਣਾ ਹੈ। ਸਾਡੇ ਪਹਿਲਾਂ ਤੋਂ ਬਜ਼ੁਰਗਾਂ 'ਚ ਹੀ ਰੀਤ ਜੀ ਚੱਲੀ ਆਉਂਦੀ ਹੈ, ਅਸੀਂ ਮਾਸ ਖਾਂਦੇ ਆ ਤੇ ਮਹਾਰਾਜ ਜੀ ਫਿਰ ਸਾਰਿਆਂ ਨੂੰ ਵੱਡੇ ਇਕੱਠ ਵਿੱਚ ਸਭ ਨੂੰ ਖਵਾਉਣਾ ਹੈ ਮਾਸ। ਮਹਾਰਾਜ ਜੀ ਕਹਿੰਦੇ ਇਹ ਗੱਲ ਯਾਦ ਰੱਖ ਵੀ ਪੁੱਤਰ ਦੇ ਮੁੰਡਨ ਕਿਰਿਆ ਦੀ ਖੁਸ਼ੀ ਮਨਾਉਣਾ ਆਪਣੇ ਵੱਲੋਂ ਤੂੰ ਤੇ 100 ਦੀ ਜਾਨ ਲਵੇਂਗਾ। ਇਹ ਯਾਦ ਰੱਖੀ ਕਿ ਪਾਪ ਤੈਂ ਕੀਤਾ ਸਭ ਨੇ ਖਾ ਕੇ ਚਲੇ ਜਾਣਾ, ਤੈਨੂੰ ਲੇਖਾ ਦੇਣਾ ਪੈਣਾ। ਫਿਰ ਮੈਂ ਡਰ ਗਿਆ, ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਪਹਿਲੀ ਬਾਤ ਤੇ ਪਰਮੇਸ਼ਰ ਨੇ ਇਹ ਕੇਸ ਬਖਸ਼ਿਸ਼ ਕੀਤੇ ਹੈ, ਇਹਦੀ ਕੋਈ ਮੁੰਡਨ ਕਿਰਿਆ ਬੱਚੇ ਦੀ ਨਹੀਂ ਕਰਵਾਉਣੀ ਹੈ। ਗੁਰਸਿੱਖਾਂ ਦੇ ਵਿੱਚ ਐਸੀ ਕੋਈ ਰੀਤੀ ਮਰਜ਼ਾਦਾ ਨਹੀਂ। ਮਹਾਰਾਜ ਰਿਸ਼ਤੇਦਾਰ ਨਾ ਗੁੱਸੇ ਹੋਣ, ਸਾਡੇ ਕੋਈ ਵਡਕਿਆਂ ਨੂੰ ਨਾ ਦੁੱਖ ਪਹੁੰਚੇ। ਮਹਾਰਾਜ ਕਹਿੰਦੇ ਤੂੰ ਉਸ ਦਾ ਜਿਹੜਾ ਵੀ ਕੋਈ ਖੁਸ਼ੀ ਹੈ ਨਾ ਉਹ ਖਡੂਰ ਸਾਹਿਬ ਸਥਾਨ ਤੇ ਹੀ ਮਨਾ। ਫਿਰ ਇਹਨੇ ਗੁਰੂ ਸਾਹਿਬ ਦੇ ਦਰ ਤੇ ਸਾਰੀ ਖੁਸ਼ੀਆਂ ਮਨਾਈਆਂ, ਕੜਾ ਪ੍ਰਸ਼ਾਦ ਹੋਰ ਮਿੱਠੇ ਪਦਾਰਥ ਬੇਅੰਤ ਛਕਾਏ। ਸਭ ਰਿਸ਼ਤੇਦਾਰ ਵੀ ਬੜੇ ਖੁਸ਼ ਹੋਏ। ਮਹਾਰਾਜ ਨੇ ਸਭ ਨੂੰ ਉਪਦੇਸ਼ ਦਿੱਤਾ, ਗੁਰਸਿੱਖੀ ਜੀਵਨ ਜਿਉਣ ਦਾ ਉਪਦੇਸ਼ ਦਿੱਤਾ। ਇਸ ਤਰ੍ਹਾਂ ਮਹਾਰਾਜ ਖਡੂਰ ਸਾਹਿਬ ਆ ਗਏ। ਆਓ ਅੱਗੇ ਪ੍ਰੇਮ ਸਹਿਤ ਜੋ ਕਥਾ ਹੈ ਉਹ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਨਮ ਮਰਨ ਮਹਿ ਨਾਹਿ ਗੁਰ, ਪਰ ਉਪਕਾਰੀ ਆਏ। ਗੁਰੂ ਪਾਤਸ਼ਾਹ ਜੀ ਜੋ ਗੁਰੂ ਹੈ ਨਾ, ਇਹ ਜਨਮ ਮਰਨ ਦੇ ਵਿੱਚ ਨਹੀਂ, ਇਹ ਤੇ ਗੁਰਮੁਖੋ ਪਰਮੇਸ਼ਰ ਦਾ ਹੀ ਜੋਤ ਸਰੂਪ ਹੈ ਤੇ ਪਰਉਪਕਾਰ ਦੇ ਵਾਸਤੇ ਹੀ ਸੰਸਾਰ ਸਰਬੱਤ ਦੇ ਭਲੇ ਲਈ, ਮਨੁੱਖਤਾ ਦੇ ਕਲਿਆਣ ਲਈ, ਜੀਵ ਜੰਤੂਆਂ ਦਾ ਉਧਾਰ ਕਰਨ ਲਈ, ਪਾਪੀਆਂ ਨੂੰ ਤਾਰਨ ਵਾਸਤੇ ਨਾਮ ਸੇਵਾ ਸਿਮਰਨ ਦਾ ਉਪਦੇਸ਼, ਇਸ ਕਾਰਜਾਂ ਪਰਉਪਕਾਰ ਦੇ ਕਾਰਜਾਂ ਵਾਸਤੇ ਹੀ ਐਸਾ ਮਨੁੱਖਾ ਸਰੀਰ ਧਾਰਿਆ ਹੈ। ਆਏ ਹਨ ਨਾਮ ਦਾਨ ਦੇ ਜਨਨ ਕੋ, ਹਰ ਸਿਉ ਦੇਨ ਮਿਲਾਏ। ਅਕਾਲ ਪੁਰਖ ਪਰਮੇਸ਼ਰ ਦਾ ਨਾਮ ਦਾਨ ਦੇ ਕਰਕੇ, ਨਾਮ ਦੀ ਦਾਤ ਦੇ ਕੇ ਸਭ ਲੋਕਾਂ ਨੂੰ ਸਤਿਗੁਰੂ ਜੀ ਪਰਮੇਸ਼ਰ ਦੇ ਨਾਲ ਭਾਈ ਮਿਲਾਉਂਦੇ ਹਨ। ਚੌਪਈ ਸ੍ਰੀ ਚੰਦ ਗੁਰ ਪੁੱਤਰ ਵਡੇਰੇ। ਜੋ ਬਾਬਾ ਸ੍ਰੀ ਚੰਦ ਜੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਵੱਡੇ ਪੁੱਤਰ ਆਏ ਖਡੂਰ ਵਿਖੇ ਇੱਕ ਬੇਰੇ। ਇੱਕ ਵਾਰੀ ਖਡੂਰ ਸਾਹਿਬ ਪਹੁੰਚੇ ਹਨ। ਸੁਨਿਓ ਗੁਰੂ ਲੈਨੇ ਹਿਤ ਆਗੇ। ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੂੰ ਪਤਾ ਲੱਗਿਆ ਤਾਂ ਬਾਬਾ ਸ੍ਰੀ ਚੰਦ ਜੀ ਨੂੰ ਲੈਣ ਵਾਸਤੇ ਅੱਗੇ ਮਿਲੇ। ਪਰਸ ਪਰ ਬੰਦੇ ਪਾਗੇ। ਆਪਸ ਵਿੱਚ ਮਿਲੇ ਹਨ, ਚਰਨ ਬੰਦਨਾ ਹੋਈ ਹੈ। ਪੁਨ ਸ਼ੁਭ ਥਲ ਗੁਰ ਪੁੱਤਰ ਬਿਠਾਏ। ਫਿਰ ਭਾਈ ਸ਼ੁਭ ਜਗ੍ਹਾ ਤੇ, ਚੰਗੀ ਜਗ੍ਹਾ ਤੇ ਗੁਰੂ ਸਾਹਿਬ ਜੀ
ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬੇ ਸ੍ਰੀ ਚੰਦ ਜੀ ਨੂੰ ਗੁਰੂ ਅੰਗਦ ਸਾਹਿਬ ਨੇ ਸਤਿਕਾਰ ਨਾਲ ਬਿਠਾਇਆ ਹੈ। ਕਹਿਤ ਭਏ ਸਤਿਗੁਰ ਇਸ ਭਾਏ। ਇੰਨੀ ਨਿਰਮਾਣਤਾ ਗੁਰਦਾ ਗੱਦੀ ਦੇ ਮਾਲਕ ਹੋ ਕੇ ਵੀ ਸਤਿਗੁਰੂ ਇਸ ਤਰ੍ਹਾਂ ਭਾਈ ਭਾਵਨਾ ਨਾਲ ਕਹਿਣ ਲੱਗੇ ਹਨ। ਆਤਕ ਕਿਰਪਾ ਮੋਹ ਪਰ ਅਬ ਕੀਨ, ਕਿ ਮੇਰੇ ਉੱਤੇ ਤੁਸੀਂ ਬਹੁਤ ਵੱਡੀ ਇਹ ਕਿਰਪਾ ਕੀਤੀ ਹੈ। ਨਿਜ ਦਰਸ਼ਨ ਕੋ ਆਏ ਸੋ ਦੀਨ, ਜੋ ਤੁਸੀਂ ਆਪਣੇ ਦਰਸ਼ਨ ਦਿੱਤੇ ਹਨ ਆ ਕਰ। ਮਮ ਗੁਰ ਪੁੱਤਰ ਰੂਪ ਤਿਨ ਕੇਰੇ, ਤੇ ਇਉਂ ਮੇਰੇ ਗੁਰੂ ਦੇ ਤੁਸੀਂ ਪੁੱਤਰ ਹੋ ਤੇ ਉਹਨਾਂ ਦਾ ਹੀ ਭਾਵ ਗੁਰੂ ਨਾਨਕ ਦੇਵ ਜੀ ਦਾ ਹੀ ਸਰੂਪ ਹੋ। ਵੱਡੇ ਭਾਗ ਤੇ ਦਰਸ਼ਨ ਹੇਰੇ, ਵੱਡੇ ਭਾਗਾਂ ਨਾਲ ਹੀ ਤੁਹਾਡੇ ਦਰਸ਼ਨ ਹੋਏ ਹਨ। ਸੁਖ ਆਨੰਦ ਅਹੈ ਸਭ ਭਾਂਤ, ਤੋ ਸੁਖ ਆਨੰਦ ਇਸ ਤਰ੍ਹਾਂ ਸਭ ਤਰ੍ਹਾਂ ਕਰਕੇ। ਅਨਜ ਭਰਾਤ ਕੀ ਸੁਖ ਸੋਗਾਤ, ਇਹ ਕਿਹਾ ਵੀ ਅਨਜ ਭਰਾਤ, ਅਨਜ ਕਹੀਏ ਛੋਟੇ ਭਰਾ ਭਾਵ ਬਾਬਾ ਲਖਮੀ ਦਾਸ, ਉਹਨਾਂ ਦੇ ਬਾਰੇ ਤੁਸੀਂ ਦੱਸੋ ਵੀ ਸਭ ਸੁਖ ਆਨੰਦ ਹੈ। ਸੁਨਤ ਸ੍ਰੀ ਚੰਦ ਕੀਨ ਉਚਾਰ, ਇਹ ਸੁਣ ਕੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਸਭ ਵਿਦਿਆ ਆਨੰਦ ਹੈ ਸੁਖ ਸਾਰ। ਇਹ ਸੁੱਖਾਂ ਦੇ ਸਾਰ ਗੁਰੂ ਅੰਗਦ ਦੇਵ ਜੀ ਸਭ ਤਰ੍ਹਾਂ ਕਰਕੇ ਆਨੰਦ ਹੈ। ਹਮਰੇ ਪਿਤ ਸਥਾਨ ਤੁਮ ਆਹੋ, ਸਾਡੇ ਪਿਤਾ ਦੇ ਸਥਾਨ ਤੇ ਗੁਰਤਾ ਗੱਦੀ ਤੇ ਤੁਸੀਂ ਬਿਰਾਜਮਾਨ ਹੋ। ਜਾਂ ਤੇ ਤਿੰਨ ਸਮ ਹਮ ਕੋ ਆਹੋ, ਇਸ ਕਰਕੇ हे ਗੁਰੂ ਅੰਗਦ ਦੇਵ ਜੀ ਸਾਡੇ ਵਾਸਤੇ ਤਾਂ ਤੁਸੀਂ ਉਹਨਾਂ ਵਾਂਗ ਹੀ ਗੁਰੂ ਸਰੂਪ ਹੋ। ਤੁਮੇ ਅੰਤਰ ਜਾਮੀ ਸਭ ਜਾਨੋ, ਫਿਰ ਗੁਰੂ ਅੰਗਦ ਦੇਵ ਜੀ ਤੁਸੀਂ ਅੰਤਰ ਜਾਮੀ ਹੋ, ਸਭ ਜਾਣਦੇ ਹੋ। ਹੋਇ ਅਜਾਨ ਸਮ ਬੂਝਨ ਠਾਨੋ, ਇਉਂ ਅਣਜਾਣਾ ਵਾਂਗੂ ਹੋ ਕੇ ਤੁਸੀਂ ਸਭ ਕੁਝ ਸਾਤੋਂ ਪੁੱਛਦੇ ਹੋ। ਸੰਗਤ ਮਹਿ ਬਿਦ ਤਾਵਨ ਚਾਹੋ, ਤੇ ਸੰਗਤ ਦੇ ਵਿੱਚ ਤੁਸੀਂ ਇਸ ਤਰ੍ਹਾਂ ਬਿਦ ਤਾਵਨ ਵੀ ਇਸ ਤਰ੍ਹਾਂ ਦਾ ਜਿਹੜਾ ਹੈ ਪ੍ਰਗਟਾਵਾ ਕਰਦੇ ਹੋ। ਤਉ ਮੈਂ ਕਹੋ ਸੁਨੋ ਦੁਖ ਦਾਹੋ, ਇਉਂ ਜਦੋਂ ਤੁਸੀਂ ਸੰਗਤ ਵਿੱਚ ਪੁੱਛ ਹੀ ਲਿਆ ਤਾਂ ਫਿਰ ਤੁਹਾਨੂੰ ਦੱਸਦਾ ਹਾਂ। ਹੇ ਦੁੱਖ ਦਾਹੋ, ਹੇ ਦੁੱਖਾਂ ਨੂੰ ਸਾੜਨ ਵਾਲੇ ਗੁਰੂ ਅੰਗਦ ਦੇਵ ਜੀ ਸੁਣੋ। ਜਬ ਕੇ ਪਿਤ ਪਰਲੋਕ ਸਿਧਾਏ, ਜਦੋਂ ਤੋਂ ਪਿਤਾ ਗੁਰੂ ਨਾਨਕ ਦੇ ਮਹਾਰਾਜ ਜੋਤੀ ਜੋ ਸਮਾਏ ਹਨ। ਅਰਾਵਰ ਇਤ ਖਡੂਰ ਮਹਿ ਆਏ, ਤੇ ਤੁਸੀਂ ਮਹਾਰਾਜ ਇੱਧਰ ਖਡੂਰ ਸਾਹਿਬ ਆ ਗਏ। ਪਾਛੇ ਅਨਜ ਤਾਤ ਇੱਕ ਭਇਓ, ਤੇ ਤੁਹਾਤੋਂ ਬਾਅਦ ਪਿੱਛੇ ਬਾਬੇ ਲਖਮੀ ਦਾਸ ਜੀ ਦੇ ਇੱਕ ਪੁੱਤਰ ਪੈਦਾ ਹੋਇਆ ਹੈ। ਧਰਮ ਚੰਦ ਤੇ ਆਖੈ ਥਇਓ, ਉਹਦਾ ਨਾਮ ਧਰਮ ਚੰਦ ਰੱਖਿਆ, ਧਰਮ ਚੰਦ ਆਖਿਆ ਜਾਂਦਾ ਹੈ। ਇੱਕ ਦਿਨ ਅਨਜ ਅਖੇਰ ਕਰਾਏ, ਇੱਕ ਦਿਨ ਛੋਟਾ ਭਰਾ ਲਖਮੀ ਦਾਸ ਸ਼ਿਕਾਰ ਕਰ ਰਿਹਾ ਹੈ। ਸੱਸ ਹੱਥ ਅਰ ਜੁਗ ਦਿਸ ਲਰਕਾਏ, ਤੇ ਸ਼ਹੇ ਵਗੈਰਾ ਮਾਰ ਕੇ ਘੋੜੇ ਦੇ ਦੋਵੇਂ ਪਾਸੇ ਲਟਕਾਏ ਹਨ। ਮੈਂ ਤਿੰਨ ਕੋ ਅਸਰੀਤ ਨਿਹਾਰਾ, ਇਸ ਤਰ੍ਹਾਂ ਆਉਂਦਿਆਂ ਨੂੰ ਮੈਂ ਉਹਨਾਂ ਨੂੰ ਦੇਖਿਆ ਹੈ। ਤਿੰਨ ਸੰਗ ਤਬ ਅਸਬਾਕ ਉਚਾਰਾ, ਤਾਂ ਮੈਂ ਸਵੈ ਕੇ ਬਾਬਾ ਸ੍ਰੀ ਚੰਦ ਕਹਿਣ ਲੱਗੇ ਹੇ ਗੁਰੂ ਅੰਗਦ ਦੇਵ ਜੀ, ਉਹਨਾਂ ਨਾਲ ਇਸ ਤਰ੍ਹਾਂ ਬਚਨ ਕਹਿ ਦਿੱਤੇ। ਕਿਉਂ ਇਤਨੇ ਜੀਵਨ ਕੋ ਘਾਵੈ, ਵੀ ਕਿਉਂ ਹੇ ਲਖਮੀ ਦਾਸ ਇੰਨੇ ਜੀਵਾਂ ਦੀ ਹੱਤਿਆ ਕਰਦਾ ਹੈ। ਇਹੋ ਲੇਖਾ ਦੈਨੋ ਬਨ ਆਵੈ, ਯਾਦ ਰੱਖੇ ਤੈਨੂੰ ਲੇਖਾ ਦੇਣਾ ਬਣ ਆਵੇਗਾ, ਦੇਣਾ ਪੈਣਾ ਹੈ। ਸੁਣ ਕਰ ਗਾ ਨਿਜ ਸਦਨ ਮਝਾਰਾ, ਤੇ ਕਹਿੰਦੇ ਸੁਣ ਕੇ ਉਹ ਆਪਣੇ ਅੰਦਰ ਘਰ ਵਿੱਚ ਗਿਆ ਹੈ।
ਧਨ ਜੁਤ ਚਹਿਓ ਬਕੁੰਠ ਪਧਾਰਾ। ਤਾਂ ਸੋਚਿਆ ਵੀ ਚਲੋ ਫਿਰ ਰੱਬ ਅੱਗੇ ਜਾ ਕੇ ਲੇਖਾ ਹੀ ਦਈਏ ਸਰੀਰ ਸਮੇਤ। ਇਹ ਤਨ ਦੇ ਸਮੇਤ ਬਕੁੰਠ ਜਾਣਾ ਚਾਹਿਆ। ਆਪਨ ਭਾਰ ਜਾਲੇ ਸਤ ਸੰਗ, ਆਪਨ ਭਾਰ ਜਾਲੇ ਸੁਤ ਸੰਗਾ। ਆਪਣੀ ਇਸਤਰੀ ਤੇ ਪੁੱਤਰ ਨੂੰ ਨਾਲ ਲੈ ਕੇ ਧਰੀ ਸ਼ੀਘਰਤਾ ਚੜ੍ਹਿਓ ਤੁਰੰਗਾ। ਉਹਨਾਂ ਨੇ ਤੇ ਬੜੀ ਜਲਦੀ ਧਾਰੀ, ਘੋੜੇ ਪਰ ਸਵਾਰ ਹੋ ਗਏ। ਆਏ ਕਹਿਓ ਢਿਗ ਮੋਹਿ ਸੁਨਾਏ। ਤੇ ਆ ਕੇ ਮੇਰੇ ਕੋਲ ਮੈਨੂੰ ਸੁਣਾ ਕੇ ਕਿਹਾ ਹੈ, ਲੇਖਾ ਦੇਨ ਹੇਤ ਹਮ ਜਾਏ। ਵੀ ਅਸੀਂ ਹੁਣ ਜਾ ਰਹੇ ਹਾਂ ਸੱਚਖੰਡ ਨੂੰ, ਉੱਥੇ ਜਾ ਕੇ ਪਹਿਲਾਂ ਲੇਖਾ ਵੀ ਦੇ ਦਿਆਂਗੇ ਜਿਹੜਾ ਤੁਸੀਂ ਕਿਹਾ। ਅਸੀਂ ਤਾਂ ਹੁਣ ਲੇਖਾ ਦੇਣ ਵਾਸਤੇ ਜਾ ਰਹੇ ਹਾਂ। ਸੁਨ ਕਰ ਸੁਨ ਤਬ ਮੈਂ ਮਨ ਕੀਨ ਵਿਚਾਰਾ। ਇਹ ਸੁਣ ਕਰਕੇ ਮੈਂ ਮਨ ਦੇ ਵਿੱਚ ਵਿਚਾਰ ਕੀਤੀ। ਗ੍ਰਸਤ ਧਰਮ ਹਮਨੇ ਨਹਿ ਧਾਰਾ। ਇਹ ਗ੍ਰਸਤੀ ਧਰਮ ਅਸੀਂ ਨਹੀਂ ਧਾਰਨ ਕੀਤਾ ਹੈ। ਧਰਮ ਚੰਦ ਜੇ ਇਨ ਸੰਗ ਜਾਵੇ। ਜੇ ਇਉਂ ਧਰਮ ਚੰਦ ਵੀ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਦੇ ਪੋਤਰੇ ਬਾਬਾ ਧਰਮ ਚੰਦ, ਇਹ ਵੀ ਜਿਹਨਾਂ ਦੇ ਨਾਲ ਹੀ ਚਲਿਆ ਗਿਆ। ਗੁਰੂ ਬੰਸ ਕਿਮ ਜਗ ਵਿਦਤਾਵੇ। ਤਾਂ ਫਿਰ ਜਿਹੜੀ ਗੁਰੂ ਨਾਨਕ ਦੇ ਮਹਾਰਾਜ ਦੀ ਬੰਸ ਹੈ, ਉਹ ਜਗਤ ਵਿੱਚ ਕਿਵੇਂ ਪ੍ਰਗਟ ਹੋਵੇਗੀ। ਅਸ ਵਿਚਾਰ ਲਖਮੀ ਚੰਦ ਤਾਤ। ਇਸ ਤਰ੍ਹਾਂ ਵਿਚਾਰ ਕੇ ਅਸੀਂ ਲਖਮੀ ਚੰਦ ਦੇ ਪੁੱਤਰ ਨੂੰ ਭੁਜਾ ਗਹੀ ਲਾਇਓ ਉਤਲਾਤ। ਉਹ ਬਾਂਹ ਫੜ ਕੇ ਉਸ ਦੀ ਉੱਪਰੋਂ ਉਤਾਰ ਲਿਆ। ਸਹਿਤ ਭਾਰ ਜਾ ਗੁਰਪੁਰ ਧਾਇਓ। ਦੱਸ ਰਹੇ ਨੇ ਬਾਬਾ ਸ੍ਰੀ ਚੰਦ ਜੀ ਕਿ ਹੇ ਗੁਰੂ ਅੰਗਦ ਦੇਵ ਜੀ, ਫਿਰ ਲਖਮੀ ਚੰਦ ਤੇ ਪਤਨੀ ਸਮੇਤ ਗੁਰਪੁਰੀ ਨੂੰ ਚਲਿਆ ਗਿਆ। ਹੇ ਪ੍ਰਭ ਤੈਨੇ ਅਸ ਖੇਲ ਕਰਾਇਓ। ਹੇ ਪਰਮੇਸ਼ਰ ਸਤਿਗੁਰੂ ਜੀ, ਇਸ ਤਰ੍ਹਾਂ ਛੋਟੇ ਭਰਾ ਸਾਡੇ ਲਖਮੀ ਚੰਦ ਨੇ ਐਸਾ ਖੇਡ ਕੀਤਾ ਹੈ। ਸੁਣ ਸਭ ਸੰਗਤ ਅਚਰਜ ਥਾਈ। ਇਹ ਸੁਣ ਕਰਕੇ ਸਾਰੀ ਸੰਗਤ ਅਚਰਜ ਹੋਈ ਹੈ। ਗੁਰ ਸੁਤ ਗਤ ਲਖੀ ਨਾ ਜਾਈ। ਇਹ ਗੁਰੂ ਦੇ ਪੁੱਤਰ ਦੀ ਵੀ ਗਤ ਨੂੰ ਜਾਣਿਆ ਨਹੀਂ ਜਾਂਦਾ ਹੈ। ਸ੍ਰੀ ਗੋਰੇ ਅੰਗਦ ਭਏ ਉਦਾਸ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜਦੋਂ ਗੁਰੂ ਪਾਤਸ਼ਾਹ ਦੀਆਂ ਗੱਲਾਂ ਸੁਣ ਫਿਰ ਉਦਾਸ ਹੋਏ। ਚਹੇ ਉਹ ਜਾਨ ਗੁਰਪੁਰ ਗੁਰ ਪਾਸ। ਹੁਣ ਮਹਾਰਾਜ ਨੇ ਵੀ ਚਾਹਿਆ ਕਿ ਗੁਰੂ ਸਾਹਿਬ ਦੇ ਕੋਲ ਗੁਰਪੁਰੀ ਨੂੰ ਹੀ ਚਲੇ ਜਾਈਏ। ਸਭ ਸੰਗਤ ਮਹਿ ਕਹਿ ਬਿਦਤਾਈ। ਤਾਂ ਫਿਰ ਸਾਰੀਆਂ ਸੰਗਤਾਂ ਦੇ ਵਿੱਚ ਕਹਿ ਕੇ ਇਹ ਗੱਲ ਪ੍ਰਗਟ ਕਰ ਦਿੱਤੀ। ਤਜਹਿ ਸਰੀਰ ਅਬਹਿ ਚਿਤ ਆਈ। ਭਾਈ ਹੁਣ ਸਾਡੇ ਚਿੱਤ ਵਿੱਚ ਆਇਆ ਕਿ ਅਸੀਂ ਸਰੀਰ ਛੱਡ ਦਈਏ। ਸੁਨ ਜੁਗ ਤਾਤ ਅਮਰ ਅਕੁਲਾਏ। ਤਾਂ ਇਹ ਸੁਣ ਕਰਕੇ ਜਿਹੜੇ ਦੋਵੇਂ ਪੁੱਤਰ ਹਨ ਉਹ ਬੜੇ ਵਿਆਕੁਲ ਹੋਏ ਹਨ। ਸ੍ਰੀ ਅੰਗਦ ਪਿਖ ਬਾਕ ਅਲਾਏ। ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਵੇਖ ਕੇ ਬਚਨ ਕਹੇ, ਸੁਨ ਪੁਰਖੋ ਪੂਰਨ ਤੁਮ ਗਿਆਨ। ਐ ਪੁਰਖੋ ਸੁਣੋ ਭਾਈ, ਤੁਹਾਨੂੰ ਪੂਰਨ ਗਿਆਨ ਹੈ। ਪਰਮ ਧਾਮ ਹਮ ਕਰੈ ਧਿਆਨ। ਅਸੀਂ ਭਾਈ ਪਰਮ ਧਾਮ ਵੱਡੇ ਧਾਮ ਤੇ ਹੁਣ ਕਰੈ ਪਿਆਨ, ਹੁਣ ਪਿਆਨਾ ਕਰਨਾ ਹੈ। ਦੇਹ ਅਛਤ ਗਿਆਨੀ ਜਗ ਐਸੇ। ਇਹ ਜਿਹੜੀ ਦੇਹੀ ਹੈ ਅਛਤ ਹੈ। ਦੇਹੀ ਦੇ ਹੁੰਦਿਆਂ ਜਿਹੜੇ ਗਿਆਨੀ ਪੁਰਸ਼ ਨੇ ਉਹ ਜਗਤ ਦੇ ਵਿੱਚ ਇਸ ਤਰ੍ਹਾਂ ਭਰਿਓ ਕੁੰਭ ਸਾਗਰ ਰਹਿ ਜੈਸੇ। ਇਉਂ ਰਹਿੰਦੇ ਆ ਜਿਵੇਂ ਪਾਣੀ ਦਾ ਘੜਾ ਭਰਿਆ ਹੋਇਆ ਪਰ ਰਹਿ ਵੀ ਸਮੁੰਦਰ ਵਿੱਚ ਹੀ ਰਿਹਾ। ਪਾਣੀ ਦਾ ਭਰਿਆ ਹੋਇਆ ਘੜਾ ਹੈ ਤੇ ਉਹ ਸਮੁੰਦਰ ਦੇ ਵਿੱਚ ਤੈਰ ਰਿਹਾ। ਉਹਦੇ ਵਿੱਚ ਵੀ ਸਮੁੰਦਰ ਦਾ ਹੀ ਜਲ ਹੈ, ਬਾਹਰ ਵੀ, ਪਰ ਪਰਦਾ ਇੱਕ ਘੜੇ ਦਾ ਵਿੱਚ ਹੈ।
ਇਸੇ ਤਰ੍ਹਾਂ ਆਤਮਾ ਪਰਮੇਸ਼ਰ ਦੀ ਅੰਸ਼ ਹੈ, ਉਹਦੇ ਵਿੱਚ ਹੀ ਅਸੀਂ ਜਿਉਂ ਰਹੇ ਹਾਂ। ਤੇ ਆ ਗੁਰਮੁਖੋ ਘੜਾ ਰੂਪੀ ਸਰੀਰ ਹੈ ਵਿੱਚ। ਤੇ ਜਦੋਂ ਹੁਣ ਜਿਵੇਂ ਸਮੁੰਦਰ ਵਿੱਚ ਘੜਾ ਤਰਦਾ ਹੈ ਤੇ ਉਹਨੂੰ ਕਿਸੇ ਤੋੜਤਾ ਜਾਂ ਟੁੱਟ ਗਿਆ, ਕੀ ਹੋਇਆ ਫਿਰ? ਉਹ ਜਿਹੜਾ ਵਿਚਲਾ ਪਾਣੀ ਹੈ ਉਹ ਸਮੁੰਦਰ 'ਚ ਹੀ ਰਲ ਗਿਆ, ਉਸੇ ਦਾ ਹੀ ਰੂਪ ਹੋ ਗਿਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਗਿਆਨੀ ਪੁਰਸ਼ ਹਨ ਉਹ ਭਾਈ ਇਉਂ ਜਗਤ ਵਿੱਚ ਰਹਿੰਦੇ ਐ। ਇਹ ਜਿਹੜੇ ਦੇਹ ਛੱਤ ਹੈ ਭਾਵੇਂ ਮਿਥਿਆ ਦੇਹੀ, ਇਸ ਹਾਲਤ ਵਿੱਚ ਗਿਆਨੀ ਪੁਰਸ਼ ਰਹਿ ਰਹੇ ਹੈ। ਭਰਿਓ ਕੁੰਭ ਸਾਗਰ ਰਹਿ ਜੈਸੇ, ਜਿਵੇਂ ਘੜਾ ਭਰਿਆ ਹੋਇਆ ਪਾਣੀ ਦਾ ਸਮੁੰਦਰ ਵਿੱਚ ਤੈਰ ਰਿਹਾ ਹੈ। ਘਟ ਫੂਟੇ ਜਲ ਸੋ ਜਲ ਮਿਲੈ, ਘੜਾ ਫੁੱਟ ਗਿਆ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ। ਧਨ ਤਜ ਗਿਆਨੀ ਬ੍ਰਹਮ ਸੋ ਰਲੈ। ਇਸੇ ਤਰ੍ਹਾਂ ਜਿਹੜਾ ਗਿਆਨੀ ਪੁਰਸ਼ ਹੈ ਉਹ ਵੀ ਸਰੀਰ ਛੱਡ ਕੇ ਬ੍ਰਹਮ ਦੇ ਵਿੱਚ ਹੀ ਰਲ ਜਾਂਦਾ ਹੈ। ਆਵਨ ਨਹਿ ਮੇਰੋ ਨਹਿ ਜਾਵੋ। ਮਹਾਰਾਜ ਕਹਿੰਦੇ ਨਾ ਭਾਈ ਸਾਡਾ ਅਸਲ ਵਿੱਚ ਕੋਈ ਆਉਣਾ ਹੈ ਤੇ ਨਾ ਅਸੀਂ ਜਾਣਾ ਹੈ। ਭਾਵ ਨਾ ਸਾਡਾ ਜਨਮ ਹੋਇਆ ਨਾ ਮਰਨਾ ਹੈ। ਪਰਮਾਤਮ ਰੇ ਨਿਜ ਰੂਪ ਸਮਾਵੋ। ਜੋ ਸਾਡਾ ਨਿਜ ਸਰੂਪ ਹੈ ਪਰਮੇਸ਼ਰ, ਉਹਦੇ ਵਿੱਚ ਹੀ ਆਤਮਿਕ ਤੌਰ ਤੇ ਜੋਤੀ ਅੰਦਰ ਜੋਤ ਰਲ ਜਾਣੀ ਹੈ, ਸਮਾ ਜਾਣਾ ਹੈ। ਪੁਨ ਸਿੱਖਨ ਸੋ ਗਿਰਾ ਉਚਾਰੀ। ਫਿਰ ਭਾਈ ਸਿੱਖਾਂ ਨੂੰ ਮਹਾਰਾਜ ਨੇ ਬਚਨ ਕਹੇ, ਉੱਠ ਆਨੋ ਗਾਗਰ ਭਰ ਬਾਰੀ। ਭਾਈ ਇਉਂ ਕਰੋ, ਉੱਠ ਕੇ ਇੱਕ ਗਾਗਰ ਜਲ ਦੀ ਭਰ ਕੇ ਲਿਆਓ। ਅਮਰਦਾਸ ਇਸ਼ਨਾਨ ਕਰਾਵੋ। ਸਾਡੇ ਸੇਵਕ ਅਮਰਦਾਸ ਦਾ ਇਸ਼ਨਾਨ ਕਰਵਾਓ। ਸ਼ੁਭ ਪੁਸ਼ਾਕ ਤਨ ਪਰ ਪਹਿਰਾਵੋ। ਤੇ ਚੰਗੀ ਪੁਸ਼ਾਕ ਇੱਕ ਉਹਨਾਂ ਦੇ ਸਰੀਰ ਤੇ ਪਹਿਰਾ ਦਿਓ। ਪੈਸੇ ਪੰਜ ਨਲੇਰ ਮੰਗਾਵੋ। 5 ਸਿੱਕੇ, ਪੈਸੇ ਇੱਕ ਪੈਸੇ ਦੇ 5 ਸਿੱਕੇ। ਇਹ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਵੀ 5 ਨਹੀਂ, ਇੱਕ ਪੈਸੇ ਦੇ 5 ਸਿੱਕੇ ਤੇ ਨਲੇਰ। 5 ਸਿੱਕੇ ਭਾਵ 5 ਪੈਸੇ ਰੱਖਣੇ। ਇਹਦਾ ਭਾਵ ਹੈ ਕਿ 5 ਤੱਤ ਜਿਹਦੇ ਦੁਆਰਾ ਕੁਦਰਤ ਦੀ ਰਚਨਾ ਹੋਈ ਉਹ ਤੁਹਾਡੇ ਚਰਨਾਂ 'ਚ ਹੈ, ਤੁਸੀਂ ਹੋਈ ਇਹਦੇ ਕਰਤੇ ਹੋ। ਫਿਰ ਲਲੇਰ ਰੱਖ ਦੇਣਾ ਉਹਦੇ ਤੇ, ਭਾਵ ਜਿੰਨੀ ਲਲੇਰ ਭਾਵ ਸਾਰੀ ਸ੍ਰਿਸ਼ਟੀ, ਤੇ ਸ੍ਰਿਸ਼ਟੀ ਵਿੱਚ ਜਿੰਨੇ ਤਰ੍ਹਾਂ ਦੀ ਰੁਮਾਵਲੀ ਆ ਲਲੇਰ ਦੇ ਉੱਤੇ ਵਾਲ ਜੇ ਹੁੰਦੇ ਆ, ਉਹ ਸਾਰਾ ਤੁਹਾਡੇ ਹੀ ਅਧੀਨ ਹੈ। ਤੁਸੀਂ ਬ੍ਰਹਮ ਸਰੂਪ ਪਰਮੇਸ਼ਰ ਹੋ, ਹੁਣ ਤੁਸੀਂ ਮਾਲਕ ਹੋ ਸਭ ਕੁਝ ਦੇ। ਇਹ ਹੈ ਗੁਰਤਾ ਗੱਦੀ ਦੇਣ ਮੌਕੇ 5 ਪੈਸੇ ਔਰ ਨਾਰੀਅਲ ਰੱਖ ਕੇ ਨਮਸਕਾਰ ਕਰਨ ਦਾ ਭਾਵ। ਤੋ ਮਹਾਰਾਜ ਕਹਿਣ ਲੱਗੇ, ਭਾਈ ਪੈਸੇ 5 ਨਲੇਰ ਮੰਗਾ ਲਓ। ਤਿਲਕ ਹੇਤ ਕੁੰਕਮ ਅਨਵਾਵੋ। ਤੇ ਤਿਲਕ ਵਾਸਤੇ, ਤਿਲਕ ਜਿਹੜਾ ਚੰਦਨ ਦਾ ਲਾਇਆ ਜਾਂਦਾ ਸੀ, ਉਹਦਾ ਭਾਵ ਕੀ ਹੁੰਦਾ ਸੀ? ਜਿਵੇਂ ਚੰਦਨ ਇੱਕ ਤੇ ਠੰਡਾ ਹੈ, ਇੱਕ ਗੁਰਮੁਖੋ ਖੁਸ਼ਬੂਦਾਰ ਹੈ, ਤੇ ਇੱਕ ਤਿਲਕ ਰੂਪ ਟਿੱਕਾ ਹੋ ਗਿਆ। ਇਹ ਹੁਣ ਤੁਸੀਂ ਸਾਰੇ ਜਗਤ ਦੇ ਟਿੱਕੇ ਸ਼੍ਰੋਮਣੀ ਹੋ। ਦੂਸਰਾ, ਸਾਰੇ ਜਗਤ ਨੂੰ ਮਹਿਕਾਉਣ ਵਾਲੇ ਹੋ। ਤੀਜਾ, ਹੁਣ ਸਾਰੇ ਜਗਤ ਨੂੰ ਸ਼ਾਂਤੀ ਦੇਣ ਵਾਲੇ ਵੀ ਤੁਸੀਂ। ਤੁਹਾਡੀ ਬੁੱਧ ਅੰਦਰ ਇਹ ਸਾਰਾ ਕੁਝ ਹੀ ਵਸਦਾ ਹੈ। ਇਹ ਭਾਵ ਹੈ ਕਿ ਤਿਲਕ ਹੇਤ ਕੁੰਕਮ ਅਨਵਾਵੋ। ਤਿਲਕ ਵਾਸਤੇ ਚੰਦਨ ਮੰਗਵਾ ਲਓ। ਸਭ ਸੰਗਤ ਕੋ ਮੇਲ ਕਰਾਵੋ। ਤੇ ਭਾਈ ਫਿਰ ਸਾਰੀਆਂ ਸੰਗਤਾਂ ਨੂੰ ਵੀ ਚਿੱਠੀਆਂ ਪਾ ਦਿਓ, ਸੱਦੇ ਭੇਜ ਦਿਓ, ਜੋੜ ਮੇਲਾ ਇਕੱਠ ਕਰਵਾ ਲਓ। ਪੰਚਾਮ੍ਰਿਤ ਕੀ ਦੇਗ ਸਜਾਵੋ। ਇਉਂ 5 ਅੰਮ੍ਰਿਤ ਕੜਾ ਪ੍ਰਸ਼ਾਦ, ਪੰਚਾਮ੍ਰਿਤ ਤੋਂ ਬਣ ਗਿਆ ਪੰਚਮ੍ਰਿਤ। 5 ਨਾਮ ਸ੍ਰੇਸ਼ਟ ਅੰਮ੍ਰਿਤ, ਭਾਵ ਕੜਾ ਪ੍ਰਸ਼ਾਦ ਦੀ ਦੇਗ ਨੂੰ ਤਿਹਾਵਲ ਵੀ ਕਿਹਾ ਜਾਂਦਾ ਹੈ ਔਰ ਪੰਚਾਮ੍ਰਿਤ ਵੀ ਕਿਹਾ ਜਾਂਦਾ ਹੈ। ਇਹ ਸਤਿਗੁਰੂ ਜੀ ਕਹਿੰਦੇ ਸਜਾਵੋ। ਗੁਰਤਾ ਸ੍ਰੀ ਅਮਰ ਅਬਦੈ ਹੈ।
ਹੁਣ ਭਾਈ ਇਹ ਜੋ ਗੁਰਗੱਦੀ ਹੈ, ਗੁਰਤਾ ਗੱਦੀ, ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਬਖਸ਼ਿਸ਼ ਕਰਨੀ ਹੈ। ਦੁਤੀਏ ਤ੍ਰਿਤੀਏ ਬਹੁ ਜਗ ਕਰੈ ਹੈ, ਇਉਂ ਕਹਿੰਦੇ ਦੂਜ ਤੇ ਤੀਜ। ਇਸ ਨੂੰ ਭਾਈ ਮਹਾਰਾਜ ਕਹਿੰਦੇ ਫਿਰ ਜਗ ਬਹੁਤ ਜਗ ਕਰਨਾ ਹੈ। ਚਤਰਥ ਕਰੈ ਪ੍ਰਲੋਕ ਪਿਆਨਾ, ਤੇ ਚੌਥ ਨੂੰ ਮਹਾਰਾਜ ਕਹਿੰਦੇ ਭਾਈ ਫਿਰ ਅਸੀਂ ਪ੍ਰਲੋਕ ਪਿਆਨਾ ਕਰ ਜਾਣਾ। ਸ੍ਰੀ ਅਕਾਲ ਅਸ ਹੁਕਮ ਸੋ ਜਾਨਾ, ਸ੍ਰੀ ਅਕਾਲ ਪੁਰਖ ਪਰਮੇਸ਼ਰ ਦਾ ਐਸਾ ਹੁਕਮ ਜਾਣਿਆ ਹੈ। ਸੁਨ ਆਗਿਆ ਪਿਤ ਕੀ ਸੁਤ ਤਵੈ, ਇਹ ਆਗਿਆ ਸੁਣ ਕੇ ਪਿਤਾ ਸਤਿਗੁਰੂ ਦੀ ਫਿਰ ਪੁੱਤਰਾਂ ਨੇ ਸੌਜ ਮੰਗਾਏ ਲੀਨ ਤਬ ਸਭੈ, ਸਾਰੇ ਤਰ੍ਹਾਂ ਦੀ ਸਮੱਗਰੀ ਮੰਗਾ ਲਈ ਹੈ। ਪਸਰ ਗਈ ਸਭ ਮੈਂ ਇਮ ਬਾਤੀ, ਇਹ ਗੱਲ ਸਾਰਿਆਂ ਵਿੱਚੋਂ ਫੈਲ ਗਈ। ਹਿਤੂ ਸੁਨਤ ਭਰ ਆਵਤ ਛਾਤੀ, ਜਿੰਨੇ ਪ੍ਰੇਮੀ ਐ ਸੁਣਦੇ ਸਾਰ ਛਾਤੀ ਦਿਲ ਮਨ ਭਰ ਕੇ ਆ ਰਹੇ ਹਨ। ਗ੍ਰਹਿ ਕਾਰਜ ਤਜ ਤਜ ਸਭ ਆਵੈ, ਜਿੰਨੇ ਘਰਾਂ ਦੇ ਕੰਮ ਹਨ ਸਭ ਛੱਡ ਛੱਡ ਕੇ ਆ ਰਹੇ ਹਨ। ਦਰਸਹਿ ਸਤਿਗੁਰ ਕੋ ਸੁਖ ਪਾਵੈ, ਸਤਿਗੁਰੂ ਦੇ ਦਰਸ਼ਨ ਕਰਦੇ ਸੁਖ ਪਾਉਂਦੇ ਹਨ। ਤਬ ਸ੍ਰੀ ਅਮਰ ਠਾਨ ਇਸ਼ਨਾਨਾ, ਤਦ ਭਾਈ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ਼ਨਾਨ ਕਰਵਾਇਆ ਹੈ। ਨਿਮਰ ਹੋਏ ਕਰ ਨਿਕਟ ਮਹਾਨਾ, ਇਉਂ ਬਹੁਤ ਫਿਰ ਨਿਮਰਤਾ ਵਿੱਚ ਹੋ ਕੇ ਗੁਰੂ ਅੰਗਦ ਸਾਹਿਬ ਜੀ ਦੇ ਨੇੜੇ ਬੈਠੇ। ਬੰਦਨ ਕਰ ਪਦ ਕੰਜ, ਕੰਜ ਨਾਮ ਕਮਲ ਦਾ ਹੈ। ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਚਰਨ ਕਮਲਾਂ ਪਰ ਬੰਦਨਾ ਕਰਕੇ ਬੈਠ ਗਏ। ਆਨ ਮਿਲੀ ਸੰਗਤ ਸਭ ਪੁੰਜ, ਸਾਰੀਆਂ ਸੰਗਤਾਂ, ਪੁੰਜ ਦਾ ਅਰਥ ਹੈ ਸਭ ਸਮੂਹ। ਭਾਈ ਸਾਰੀਆਂ ਇਕੱਠ ਦੇ ਰੂਪ ਵਿੱਚ ਸੰਗਤਾਂ ਆ ਮਿਲੀਆਂ, ਇਕੱਠ ਹੋ ਗਿਆ ਹੈ। ਬੀਚ ਬਿਰਾਜੈ ਸਤਿਗੁਰ ਬੈਸੇ, ਬੀਚ ਬਿਰਾਜੈ ਸਤਿਗੁਰ ਐਸੇ। ਹੁਣ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਇਉਂ ਭਾਈ ਸੰਗਤਾਂ ਦੇ ਵਿੱਚ ਬਿਰਾਜ ਰਹੇ ਹਨ। ਸ਼ੁਭ ਗ੍ਰਾਹੇ ਮੈਂ ਸੂਰਜ ਹੋਏ ਜੈਸੇ, ਜਿਵੇਂ ਸ਼ੁਭ ਗ੍ਰਹ, ਜਿੰਨੇ ਵੀ ਸ਼ੁਭ ਗ੍ਰਹ, ਜਿਵੇਂ ਸਾਰੇ ਜਿੰਨੇ 9 ਗ੍ਰਹਿ ਆ ਤੇ ਸਾਰਿਆਂ ਦੇ ਵਿੱਚ ਗੁਰਮੁਖੋ ਜਿਵੇਂ ਸੂਰਜ ਸ਼ੋਭਦਾ ਹੈ ਨਾ, ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਸਭ ਵਿੱਚ ਬੈਠੇ ਸ਼ੋਭ ਰਹੇ ਹਨ। ਨਿਸਾ ਅਵਿਦਿਆ ਨਿਕਟ ਨ ਆਵੇ, ਜਿਵੇਂ ਸੂਰਜ ਹੁੰਦਿਆਂ ਰਾਤਰੀ ਨਹੀਂ ਨਾ ਕੋਲੇ ਆਉਂਦੀ, ਹਨੇਰਾ ਨਹੀਂ ਆਉਂਦਾ, ਇਸੇ ਤਰ੍ਹਾਂ ਅਵਿਦਿਆ ਰੂਪੀ ਜਿਹੜੀ ਨਿਸਾ ਹੈ, ਨਿਸਾ ਨਾਮ ਰਾਤ ਦਾ ਹੈ, ਅਵਿਦਿਆ ਗਿਆਨਤਾ ਰੂਪੀ ਰਾਤ ਨੇੜੇ ਨਹੀਂ ਆਉਂਦੀ ਹੈ। ਨਿੰਦਕ ਤਸਕਰ ਦੇਖ ਪਲਾਵੇ, ਜਿਵੇਂ ਦਿਨ ਚੜੇ ਤੋਂ ਚੋਰ ਉਹ ਸਭ ਭੱਜ ਜਾਂਦੇ ਆ, ਛੁਪ ਜਾਂਦੇ ਆ ਰਾਤਾਂ ਨੂੰ ਚੋਰੀਆਂ ਕਰਨ ਵਾਲੇ। ਇਸੇ ਤਰ੍ਹਾਂ ਸਤਿਗੁਰੂ ਕੋਲੋਂ ਵੀ ਜਿਹੜੇ ਨਿੰਦਕ ਰੂਪੀ ਚੋਰ ਹੈ ਉਹ ਗੁਰੂ ਨੂੰ ਦੇਖ ਦੇਖ ਭੱਜਦੇ ਨੇ, ਕਿਉਂਕਿ ਕੋਈ ਥਾਂ ਨਹੀਂ ਇੱਥੇ ਕੋਈ, ਕਿਉਂਕਿ ਉਹਨੂੰ ਲੋਕ ਪ੍ਰਲੋਕ ਦੇ ਵਿੱਚ ਢੋਈ ਨਹੀਂ ਮਿਲਦੀ ਹੈ। ਜਿਹੜਾ ਕੋਈ ਸਤਿਗੁਰ ਦੀ ਨਿੰਦਿਆ ਕਰਦਾ ਹੈ, ਪੇਚਕ ਬੇਮੁਖ ਅੰਧੇ ਰਹੇ। ਫਿਰ ਗੁਰਮੁਖੋ ਪੇਚਕ ਕਹਿੰਦੇ ਨੇ ਉੱਲੂ ਨੂੰ। ਇਹ ਜਿਹੜੇ ਪੇਚਕ ਬੇਮੁਖ, ਜਿਹੜੇ ਗੁਰੂ ਤੋਂ ਬੇਮੁਖ ਰੂਪ ਉੱਲੂ ਹਨ, ਭਾਵ ਬੇਮੁਖ ਹੋਇਆ, ਉਹਨਾਂ ਨੂੰ ਉੱਲੂਆਂ ਦੀ ਤਸ਼ਬੀਹ ਦਿੱਤੀ। ਉੱਲੂ ਨੂੰ ਜਿਵੇਂ ਸੂਰਜ ਚੜੇ ਤੋਂ ਦਿਸਣੋਂ ਹਟ ਜਾਂਦਾ, ਅੰਨਾ ਹੁੰਦਾ ਹੈ, ਇਸੇ ਤਰ੍ਹਾਂ ਜਿਹੜੇ ਬੇਮੁਖ ਹੈ ਉਹ ਭਾਈ ਗੁਰੂ ਵੱਲੋਂ ਤਾਨੇ ਹੋਏ ਫਿਰਦੇ ਨੇ, ਸਤਿਗੁਰੂ ਦੇ ਦਰਸ਼ਨ ਨਹੀਂ ਕਰਦੇ। ਮਹਾਰਾਜ ਕਹਿੰਦੇ ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੈਸ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਅੱਖਾਂ ਨੂੰ।
ਉਪਦੇਸ਼ ਦਿੱਤਾ ਹੈ ਕਿ ਭਾਈ ਸਤਿਗੁਰੂ ਦੇ ਦਰਸ਼ਨ ਕਰੇ। ਪਰ ਭਾਈ ਗੁਰਦਾਸ ਜੀ ਕਹਿੰਦੇ ਤਾਂ ਦਰਸ਼ਨ ਕਰੇ ਤਾਂ ਜੇ ਦੁਨੀਆਦਾਰੀ ਦੀਆਂ ਤਮਾਸ਼ਿਆਂ ਨੂੰ ਵੇਖ ਕੇ ਉਧਰੋਂ ਇਹਦਾ ਰਜੇਵਾਂ ਹੋਵੇ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਬਹੁਤ ਦੁਨੀਆ ਦੇ ਰੰਗ ਤਮਾਸ਼ੇ ਵੇਖ ਲਏ, ਇਹ ਅੱਖਾਂ ਨਹੀਂ ਰੱਜਦੀਆਂ ਹਨ। ਕਿਉਂ ਨਹੀਂ ਰੱਜਦੀਆਂ? ਕਿਉਂਕਿ ਉਹ ਸੰਸਾਰ ਨੂੰ ਵੇਖਣ ਨਾਲ ਅੱਖਾਂ ਦੀ ਤ੍ਰਿਸ਼ਨਾ ਵੱਧਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਇਹਨਾਂ ਨੇਤਰਾਂ ਨੂੰ ਸ਼ਾਂਤੀ ਆਉਂਦੀ ਹੈ, ਨੇਤਰਾਂ ਨੂੰ ਰਜੇਵਾਂ ਮਿਲਦਾ ਹੈ। ਇਹ ਨੇਤਰਾਂ ਵਿੱਚ ਅੰਮ੍ਰਿਤ ਭਰਿਆ ਜਾਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਦੀ ਮਹਿਮਾ ਕਰਦਿਆਂ ਸੰਤ ਰੇਣ ਜੀ ਲਿਖ ਰਹੇ ਨੇ ਕਿ ਇਹ ਪੇਚਕ ਬੇਮੁਖ ਅੰਧੇ ਰਹੇ। ਜਿਹੜੇ ਬੇਮੁਖ ਰੂਪੀ ਉੱਲੂ ਅੰਨੇ ਹੀ ਰਹੇ। ਨਹੀਂ ਪ੍ਰਕਾਸ਼ ਮਹਾਤਮ ਲਹੇ। ਉੱਲੂ ਜਿਵੇਂ ਸੂਰਜ ਦੇ ਪ੍ਰਕਾਸ਼ ਦਾ ਮਹੱਤਵ ਨਹੀਂ ਜਾਣਦਾ, ਬੇਮੁਖ ਪੁਰਸ਼ ਗੁਰੂ ਦੇ ਭਾਈ ਪ੍ਰਕਾਸ਼ ਮਹੱਤਵ ਰੂਪੀ ਪ੍ਰਕਾਸ਼ ਨੂੰ, ਮਹਿਮਾ ਰੂਪੀ ਪ੍ਰਕਾਸ਼ ਨੂੰ ਨਹੀਂ ਲੈ ਸਕੇ। ਸੰਤ ਕਮਲ ਪਿਗਸੈ ਹਰ ਖਾਏ। ਪਰ ਦੂਜਾ ਪਾਸਾ ਗੁਰਮੁਖਾਂ ਦਾ, ਜਿਵੇਂ ਸੂਰਜ ਚੜੇ ਤੋਂ ਕਮਲ ਫੁੱਲ ਖਿੜ ਜਾਂਦਾ ਹੈ। ਭਾਈ ਜਿਹੜੇ ਸੰਤ ਰੂਪੀ ਕਮਲ ਫੁੱਲ ਹੈ, ਬਿਗਸੈ ਹਰ ਖਾਏ, ਉਹ ਵੇਖ ਕਰਕੇ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਸੰਨ ਹੁੰਦੇ, ਖਿੜਦੇ ਹਨ। ਅਲ ਜਗਿਆਸੀ ਜਹ ਮੰਡਰਾਏ। ਤੇ ਫਿਰ ਦੇਖੋ ਜਿਹੜੇ ਗੁਰੂ ਦੇ ਪਿਆਰੇ ਸੰਤ ਜਨ ਉਹ ਤਾਂ ਖਿੜ ਗਏ ਕਮਲ ਵਾਂਗੂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ। ਅੱਗੇ ਸੰਤ ਪੁਰਸ਼ਾਂ ਗੁਰਮੁਖਾਂ ਕੋਲੇ ਆਉਣ ਵਾਲੇ ਜਗਿਆਸੂ ਜਿਹੜੇ ਗੁਰੂ ਦੀ ਗੱਲ ਸੁਣਨ ਆਉਂਦੇ, ਗੁਰੂ ਦਾ ਉਪਦੇਸ਼ ਲੈਣ ਆਉਂਦੇ ਆ, ਬਾਬਾ ਬੁੱਢਾ ਜੀ ਵਰਗੇ ਗੁਰਮੁਖਾਂ ਕੋਲ, ਉਹਨਾਂ ਨੂੰ ਫਿਰ ਭੌਰੇ ਦੀ ਤਸ਼ਬੀਹ ਦਿੱਤੀ। ਜਿਵੇਂ ਭੌਰਾ ਕਮਲ ਫੁੱਲ ਤੇ ਮਕਰੰਦ ਰਸ ਲੈਂਦਾ ਹੈ। ਆਲ ਜਗਿਆਸੀ, ਆਲ ਨਾਮ ਭੌਰੇ ਦਾ। ਜਿਹੜੇ ਜਗਿਆਸੂ ਰੂਪੀ ਭੌਰੇ ਹੈ ਉਹ ਭਾਈ ਸੰਤ ਰੂਪੀ ਕਮਲ ਤੇ ਮੰਡਰਾਉਂਦੇ ਨੇ, ਭਾਵ ਐਸੇ ਗੁਰਮੁਖਾਂ ਦੀ ਸੰਗਤ ਵਿੱਚ ਆਉਂਦੇ ਹਨ। ਮਤ ਬਹੁ ਰੀਤ ਉਡਗ ਜਗ ਮਾਹੀ। ਇਸ ਤਰ੍ਹਾਂ ਮਤ ਬਹੁ ਰੀਤ ਉਡਗ ਜਗ ਮਾਹੀ। ਮਤ ਬੜੀਆਂ ਰੀਤਾਂ ਨੇ ਇਸ ਜਗਤ ਦੇ ਵਿੱਚ, ਪਰਮ ਪ੍ਰਕਾਸ਼ ਸੋ ਪਾਵਤ ਨਾਹੀ। ਜਾਂ ਕਿ ਮਤ ਬਹੁ ਰੀਤ ਉਡਤ ਜਗ ਮਾਹੀ। ਹੋਰ ਬੜਾ ਕੋਈ ਜਗਤ ਦੇ ਵਿੱਚ ਉੱਡਿਆ ਫਿਰਦਾ ਹੈ, ਟਟਿਆਣੇ ਵਗੈਰਾ। ਪਰਮ ਪ੍ਰਕਾਸ਼ ਸੋ ਪਾਵਤ ਨਾਹੀ। ਉਹ ਪਰਮ ਪ੍ਰਕਾਸ਼ ਨੂੰ ਜਿਹੜਾ ਹੈ ਨਹੀਂ ਪਾ ਸਕਦੇ। ਕੈਰਵ ਕਾਨਨ ਗਨ ਦੁਰਚਾਰੀ। ਕਾਨਨ ਨਾਮ ਕੈਰਵ ਕਾਨਨ, ਜਿਵੇਂ ਕਹਿੰਦੇ ਭਾਈ ਕੈਰਵ ਕਾਨਨ ਗਨ ਦੁਰਚਾਰੀ। ਜਿਹੜੇ ਕਾਇਰ ਨੇ ਉਹ ਜੰਗਲ, ਜਿਵੇਂ ਬੇਅੰਤ ਜੰਗਲ ਦੇ ਵਿੱਚ, ਇਸ ਭਿਆਨਕ ਜੰਗਲ ਵਿੱਚ ਜਿਹੜੇ ਦੁਰਾਚਾਰੀ ਹਨ, ਸਭ ਮੁਰਝਾਏ ਰਹੇ ਤਿਸ ਬਾਰੀ। ਉਹ ਇਸ ਤਰ੍ਹਾਂ ਦਾ ਜਿਵੇਂ ਕੈਰਵ ਕਾਨਨ। ਦੂਸਰਾ ਭਾਵ ਹੈ ਕਿ ਬਹੁਤ ਐਸੇ ਫੁੱਲ ਨੇ ਜਿਹੜੇ ਸੂਰਜ ਚੜੇ ਤੋਂ ਕੁਮਲਾ ਜਾਂਦੇ ਆ। ਜਿਵੇਂ ਕਵੀਆਂ ਨੇ ਇਸ ਤਰ੍ਹਾਂ, ਜਾਂ ਭਾਈ ਜੰਗਲ ਦੇ ਵਿੱਚ ਜਦੋਂ ਸੂਰਜ ਦਾ ਪ੍ਰਤਾਪ ਹੁੰਦਾ, ਕਈ ਬੂਟੇ ਬੜੇ ਨਰਮ ਹੁੰਦੇ ਆ, ਉਹ ਕੁਮਲਾ ਜਾਂਦੇ ਨੇ, ਸੂਰਜ ਦਾ ਪ੍ਰਤਾਪ ਨਹੀਂ ਝੱਲ ਸਕਦੇ। ਮਤ ਬਹੁ ਰੀਤ ਉਡਗ ਜਗ ਮਾਹੀ। ਪਰਮ ਪ੍ਰਕਾਸ਼ ਸੋ ਪਾਵਤ ਨਾਹੀ। ਕੈਰਵ ਕਾਨਨ ਗਨ ਦੁਰਾਚਾਰੀ। ਸਭ ਮੁਰਝਾਏ ਰਹੇ ਤਿਸ ਬਾਰੀ। ਉਹ ਵੀ ਗੁਰੂ ਰੂਪੀ ਸੂਰਜ ਪ੍ਰਕਾਸ਼ ਦੇ ਸਾਹਮਣੇ ਸਭ ਭਾਈ ਮੁਰਝਾ ਗਏ। ਸਤਿਗੁਣ ਜੁਤ ਨਰ ਜਾਗਤ ਭਏ। ਪਰ ਦੂਜੇ ਪਾਸੇ ਸਤਿਗੁਣਾਂ ਵਾਲ ਸਮੇਤ ਜਿਹੜੇ ਪੁਰਸ਼ ਹੈ, ਸ਼ੁਭ ਗੁਣਾ ਸਹਿਤ, ਉਹ ਸਾਰੇ ਜਿਵੇਂ ਦੁਨੀਆ ਸੂਰਜ ਚੜੇ ਤੋਂ ਉੱਠ ਖੜਦੀ ਹੈ, ਇਉਂ ਭਾਈ ਗੁਰੂ ਲੜ ਲੱਗ ਕੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਬੇਅੰਤ ਪ੍ਰਾਣੀ ਜਾਗ ਗਏ। ਵਿਖਈ ਜੀਵ ਤਮ ਚਰ ਸੁਪਤਏ। ਤਮ ਨਾਮ ਹਨੇਰੇ ਦਾ, ਚਰ ਨਾਮ ਚੱਲਣ ਵਾਲੇ। ਕੁਝ ਜੀਵ ਐਸੇ ਨੇ ਜਿਹੜੇ ਦਿਨੇ ਖੁੱਡਾਂ ਵਿੱਚ ਬੜੇ ਰਹਿੰਦੇ ਆ, ਰਾਤ ਪਈ ਤੋਂ ਨਿਕਲਦੇ ਆ। ਆਹ ਦੇਖੋ ਜਿਵੇਂ ਕੀੜੇ ਮਕੌੜੇ ਜੇ ਕਿੰਨੇ ਆ ਜਿਹੜੇ ਦਿਨੇ ਨਹੀਂ ਦਿਸਣਾ,
ਰਾਤਰੀ ਨੂੰ ਬਾਹਰ ਨਿਕਲਣਾ। ਇਹ ਲਾ ਲਓ ਇਸ ਤਰ੍ਹਾਂ ਜਿਹੜੇ ਵਿਸ਼ਈ ਨੇ, ਵਿਸ਼ੇ ਵਿਕਾਰਾਂ ਵਾਲੇ ਜੀਵ ਹੈ, ਉਹ ਰਾਤਰੀ ਨੂੰ ਨਿਕਲਣ ਵਾਲੇ ਤਮਚਰ, ਇਸ ਤਰ੍ਹਾਂ ਦੇ ਰਾਤ ਨੂੰ ਵਿਚਰਨ ਵਾਲੇ ਕੀੜਿਆਂ ਵੱਤ ਹਨ। ਜਦੋਂ ਸੂਰਜ ਚੜ੍ਹਦਾ ਜਿਵੇਂ ਰਾਤਰੀ ਨੂੰ ਨਿਕਲਣ ਵਾਲੇ ਕੀੜੇ ਖੁੱਡਾਂ 'ਚ ਵੜ ਕੇ ਸੌਂ ਜਾਂਦੇ ਐ, ਵਿਖਈ ਜੀਵ ਗੁਰੂ ਵੱਲੋਂ ਇਉਂ ਭਾਈ ਸੌਂ ਗਏ। ਗੁਰੂ ਦਾ ਤੇਜ ਪ੍ਰਤਾਪ ਉਹਨਾਂ ਨੂੰ ਕਿੱਥੇ ਚੰਗਾ ਲੱਗਦਾ ਹੈ। ਤਬ ਸ੍ਰੀ ਅੰਗਦ ਮੁਖ ਪਰ ਲਾਲੀ, ਉਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਪਵਿੱਤਰ ਮੁਖ ਤੇ ਐਸੀ ਲਾਲੀ। ਖਿਰਿਓ ਕਮਲ ਜਨ ਪ੍ਰਭਾ ਵਿਸਾਲੀ, ਉਹ ਕਮਲ ਦੇ ਫੁੱਲ ਜਿਵੇਂ ਖਿੜਿਆ ਹੁੰਦਾ, ਇਉਂ ਪ੍ਰਭਾ। ਤੁਸੀਂ ਜਿਹੜਾ ਹੁਣ ਤਸਵੀਰਾਂ ਬਣਾਉਣ ਵਾਲੇ ਐ, ਉਹ ਦੇਖੋ ਇੱਕ ਭਾਵ ਬਣਾਉਂਦੇ ਨੇ ਕਿ ਕਿਸੇ ਵੀ ਗੁਰਮੁਖ ਦੇ ਜਦੋਂ ਗੁਰੂ ਸਾਹਿਬਾਂ ਦੀ ਜਾਂ ਕਿ ਸੰਤ ਪੁਰਸ਼ ਦੀ, ਤਾਂ ਉਹ ਸਿਰ ਦੇ ਪਿੱਛੇ ਇੱਕ ਪ੍ਰਕਾਸ਼ ਜਿਹਾ ਬਣਾਉਂਦੇ ਆ। ਅਸਲ ਵਿੱਚ ਇਹ ਪ੍ਰਭਾ ਸ਼ਬਦ ਹੀ ਹੈਗੀ ਹੈ। ਜਿੰਨਾ ਜਿੰਨਾ ਕੋਈ ਜਿਹੜੀ ਹੈ ਇਹ ਚੰਗੀ ਮਾੜੀ ਵੀ ਹੈ। ਹੁਣ ਇੱਕ ਹਮੇਸ਼ਾ ਵਿਸ਼ਈ ਸੋਚੀ ਜਾਣਾ ਉਹ ਜੀ, ਫਿਰ ਉਹਦਾ ਜਿਹੜੀ ਵਾਈਬ੍ਰੇਸ਼ਨ ਉਹਦੀ ਪ੍ਰਭਾ ਇੱਕ ਸ਼ੁੱਧ ਹੈ। ਬਾਣੀ ਪੜ੍ਹਦਾ ਜਿੰਨਾ ਕੋਈ ਸੇਵਾ ਸਿਮਰਨ ਕਰਦਾ ਉਹਦਾ ਆਬਾ ਮੰਡਲ ਕਹਿ ਦਿੰਦੇ ਇਹਨੂੰ, ਤੇ ਉਹ ਹੈ ਸਾਰਿਆਂ ਦੀ। ਸਤਿਪੁਰਸ਼ ਜਿਹੜਾ ਗੁਰੂ ਮਹਾਰਾਜ ਜਾਂ ਨਾਮ ਬੰਦਗੀ ਵਾਲੇ, ਉਹਨਾਂ ਦੇ ਇਸ ਤਰ੍ਹਾਂ ਦੀ ਪ੍ਰਭਾ। ਤੋ ਖਿਰਿਓ ਕਮਲ ਜਨ ਪ੍ਰਭਾ ਵਿਸਾਲੀ, ਜਿਹੜੀ ਪ੍ਰਭਾ ਹੈ ਜਿਵੇਂ ਕਮਲ ਫੁੱਲ ਖਿੜੇ, ਇਸ ਤਰ੍ਹਾਂ ਬੇਅੰਤ ਖਿੜੀ ਹੈ। ਨਿਜਾਨੰਦ ਮਹਿ ਮਗਨ ਮਹਾਨਾ, ਤੇ ਨਿਜਾਨੰਦ ਨਿਜ ਆਨੰਦ। ਨਿਜ ਆਨੰਦ ਕੀ ਹੈ? ਜੋ ਆਨੰਦ ਸਰੂਪ ਹੈ ਪਰਮੇਸ਼ਰ। ਇਉਂ ਭਾਈ ਗੁਰੂ ਅੰਗਦ ਦੇਵ ਜੀ ਆਪਣੇ ਨਿਜਾਨੰਦ ਬ੍ਰਹਮ ਦੇ ਵਿੱਚ ਹੀ ਮਗਨ ਮਹਾਨ ਮਗਨ ਹਨ, ਬਹੁਤ ਮਗਨ ਹਨ। ਸਭ ਹਨ ਮੈਂ ਤਬ ਬਾਕ ਬਖਾਨਾ, ਸਾਰਿਆਂ ਦੇ ਵਿੱਚ ਫਿਰ ਮਹਾਰਾਜ ਨੇ ਉਹ ਬਚਨ ਕਹੇ, ਸੁਨ ਪੁਰਖਾ ਸ੍ਰੀ ਅਮਰ ਪਿਆਰੇ। ਐ ਅਮਰਦਾਸ ਹੈ ਪੁਰਖਾ, ਐ ਸੁਭਾਏ ਮਾਨ ਪਿਆਰੇ ਸਾਡੇ, ਸੁਣ ਭਾਈ ਅਬ ਤੁਮ ਬੈਠੋ ਥਾਨ ਹਮਾਰੇ। ਹੁਣ ਭਾਈ ਤੁਸੀਂ ਸਾਡੇ ਸਥਾਨ ਤੇ, ਭਾਵ ਸਾਡੀ ਜਗ੍ਹਾ, ਇਸ ਗੱਦੀ ਪਰ ਬੈਠ ਜਾਓ। ਰਾਜ ਜੋਗ ਕੋ ਮਹਿਦ ਸਿੰਘਾਸਨ, ਇਹ ਜਿਹੜਾ ਸਿੰਘਾਸਣ ਹੈ, ਮਹਿਦ ਨਾਮ ਹੈ ਉੱਚੇ ਦਾ। ਇਹ ਰਾਜ ਜੋਗ, ਰਾਜ ਦਾ ਵੀ ਹੈ ਤੇ ਜੋਗ, ਮੀਰੀ ਪੀਰੀ ਸੰਤ ਸਿਪਾਹੀ, ਇਹ ਸਾਰੇ ਸਾਮਰਥੀ ਭਾਵ ਹੈ। ਰਾਜ ਜੋਗ ਦਾ ਇਹ ਬਹੁਤ ਉੱਚਾ ਸਿੰਘਾਸਣ ਹੈ। ਤਿਸ ਪਰ ਸ਼ੋਭੋ ਕਰੋ ਪ੍ਰਕਾਸ਼ਨ, ਤੁਸੀਂ ਹੁਣ ਇਸ ਉੱਤੇ ਬੈਠ ਕੇ ਸ਼ੋਭੋ ਪ੍ਰਕਾਸ਼ ਕਰੋ। ਭਗਤ ਵਿਰਾਗ ਜੋਗ ਤਤ ਗਿਆਨਾ, ਫਿਰ ਭਗਤ ਵਿਰਾਗ ਜੋਗ ਤਤ ਗਿਆਨ। ਇਨ ਚਾਰਨ ਕੋ ਦੀਨ ਖਜ਼ਾਨਾ, ਇਹ ਚਾਰਾਂ ਦਾ ਖਜ਼ਾਨਾ ਸੀ ਤੁਹਾਨੂੰ ਅੱਗੇ ਬਖਸ਼ਿਆ। ਮਨ ਬਾਛਤ ਦੇਹੁ ਜਗ ਮਹਿਦਾਨ, ਤੇ ਖਜ਼ਾਨਾ ਐਡਾ ਵੱਡਾ ਮੁੱਕੇਗਾ ਨਹੀਂ, ਜਿੰਨਾ ਤੁਹਾਡਾ ਮਨ ਚਾਹੁੰਦਾ ਉਨਾ ਜਗਤ ਵਿੱਚ ਇਹਦਾ ਦਾਨ ਦੇਵੋ। ਤੋਟ ਨਾ ਦਿਨ ਪ੍ਰਤ ਵਧੈ ਮਹਾਨ, ਇਹਦੇ ਵਿੱਚ ਤੋਟਾ ਨਹੀਂ ਆਵੇਗਾ, ਸਗੋਂ ਦਿਨ ਪ੍ਰਤੀ ਦਿਨ ਇਹ ਵੱਧਦਾ ਹੀ ਜਾਵੇਗਾ ਬੇਅੰਤ ਹੀ। ਤਾਰਕ ਮੰਤਰ ਸ਼ਬਨ ਪਰ ਛਾਇਆ, ਤਾਰਕ ਮੰਤਰ ਉਹ ਮੰਤਰ ਜਿਹੜਾ ਤਾਰਦਾ ਹੈ। ਤੋ ਜਿਹੜਾ ਤਾਰਨ ਵਾਲਾ ਮੰਤਰ ਹੈ ਇਹ ਸਾਰਿਆਂ ਦੇ ਉੱਤੇ ਛਾਇਆ, ਭਾਵ ਸਾਰੇ ਮੰਤਰਾਂ ਦਾ ਸ਼੍ਰੋਮਣੀ ਮੰਤਰ ਹੈ ਕਿਹੜਾ? ਵਾਹਿਗੁਰੂ ਮੁਖ ਜਾਪ ਜਪਾਇਆ। ਇਹ ਮਹਾਰਾਜ ਨੇ ਵਾਹਿਗੁਰੂ ਇਹ ਭਾਈ ਮੰਤਰ ਮੁਖੋਂ ਸਭ ਨੂੰ ਜਾਪ ਜਪਾਇਆ। ਠਾਡੀ ਤੋਹੇ ਅਗਰ ਨਵ ਨਿੱਧ, ਕਿਹਾ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰੂ ਅੰਗਦ ਦੇਵ ਜੀ ਨੇ ਕਿ ਜਿੰਨੀਆਂ 9 ਨਦੀਆਂ ਸਭ ਤੁਹਾਡੇ ਅੱਗੇ ਖੜੀਆਂ ਹਨ। ਦੂਜੀ ਦਿਸ ਪਿਖ 10 8 ਸਿੱਧ, ਤੇ ਦੂਜੀ ਦਿਸ਼ਾ ਵੇਖੋ
10 ਤੇ 8 18 ਸਿੱਧੀਆਂ ਹੱਥ ਬੰਨੀ ਖੜੀਆਂ ਹਨ। ਸਨਮੁਖ ਖਰੀ ਲਛਮੀ ਤੇਰੇ। ਐ ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣ ਲੱਗੇ, ਪੁਰਖਾ ਸਾਹਮਣੇ ਤੇਰੇ ਲਛਮੀ ਖੜੀ ਹੈ, ਸਾਰੀ ਮਾਇਆ ਉਹ ਵੀ ਹੱਥ ਜੋੜ ਖੜੀ ਹੈ। ਸੁਰ ਗੰਧਰਵ ਕਿੰਨਰ ਗਨ ਹੇਰੇ। ਜਿੰਨੇ ਭਾਈ ਸੁਰ ਨੇ ਦੇਵਤੇ ਹੈ ਗੰਧਰਵ। ਗੰਧਰਵ ਨਾਮ ਹੈ ਗਵਈਏ ਦੇਵਤਿਆਂ ਦੇ, ਤੇ ਕਿੰਨਰ ਨਾਮ ਇੱਥੇ ਹੈ ਜਿਹੜਾ ਦੇਵਤਿਆਂ ਨਾਲ ਸਾਜ਼ ਵਜਾਉਂਦਾ ਹੈ। ਉਹ ਬੇਅੰਤ ਹੀ ਸਾਰੇ ਤੁਹਾਡੇ ਹੀ ਆਗਿਆ ਵਿੱਚ ਹਨ। ਤੀਨ ਲੋਕ ਮਹਿ ਮੁਖ ਹੈ ਮਹਾਨੇ। ਦੇਖੋ ਤਿੰਨਾਂ ਲੋਕਾਂ ਵਿੱਚ ਹੋਰ ਜਿਹੜੇ ਬਹੁਤ ਮੁੱਖ ਹਨ, ਵੱਡੇ ਵੱਡੇ ਦੇਵੀ ਦੇਵਤੇ ਤੇ ਆਦਿਕ, ਸਭ ਕਰ ਜੋਰ ਖਰੇ ਅਗਵਾਨੇ। ਹੁਣ ਇਹ ਸਾਰੇ ਹੱਥ ਜੋੜ ਕੇ ਤੁਹਾਡੇ ਅੱਗੇ ਖੜੇ ਹਨ। ਤਬ ਸ੍ਰੀ ਅਮਰ ਨਿਮਰ ਹੋਏ ਕਹਿਓ। ਤਦ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਨਿਮਰ ਨਿਰਮਾਣਤਾ ਵਿੱਚ ਹੋ ਕੇ ਕਿਹਾ, ਇਨ ਸੋ ਮੈਂ ਕਛ ਕਾਮ ਨ ਲਹਿਓ। ਕਹਿੰਦੇ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ, ਇਹਨਾਂ ਨਾਲ ਮੇਰਾ ਕੋਈ ਕੰਮ ਨਹੀਂ ਹੈ, ਮੇਰਾ ਕੋਈ ਲੈਣਾ ਦੇਣਾ ਨਹੀਂ। ਕਰਹੁ ਕਿਆ ਮੈਂ ਇਨ ਕੋ ਲੋਰ। ਇਹਨਾਂ ਨੂੰ ਲੈ ਕੇ ਮਹਾਰਾਜ ਮੈਂ ਕੀ ਕਰਾਂਗਾ। ਬਸਹਿ ਹਿਰਦੇ ਪਦ ਪੰਕਜ ਤੋਰ। ਕਿਉਂਕਿ ਮੇਰੇ ਹਿਰਦੇ ਵਿੱਚ ਤੇ ਤੁਹਾਡੇ ਚਰਨ ਕਮਲ ਵਸਦੇ ਹਨ। ਸ੍ਰੀ ਅੰਗਦ ਸੁਨ ਪੁਨ ਸਮਝਾਏਵ। ਤਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਸੁਣ ਕੇ ਫਿਰ ਇਉਂ ਸਮਝਾਇਆ, ਸਿੱਖਿਆ ਦਿੱਤੀ, ਬਿਨਾ ਚਾਹੇ ਇਹੋ ਸਭ ਢਿਗ ਆਇਵ। ਬਿਨਾ ਚਾਹੇ ਤੋਂ ਇਹ ਸਾਰੇ ਹੀ, ਇਹ ਤੁਹਾਡੀ ਕੋਈ ਚਾਹਨਾ ਨਹੀਂ, ਇਹ ਤਾਂ ਜੋ ਗੁਰਗੱਦੀ ਤੇ ਬੈਠਦਾ ਉੱਥੇ ਸਭ ਹਾਜ਼ਰ ਹੋ ਜਾਂਦੇ ਆ। ਇਹ ਬਿਨਾ ਚਾਹੇ ਤੋਂ ਸਾਰੇ ਤੁਹਾਡੇ ਕੋਲ ਆਏ ਹਨ। ਸਤਨਾਮ ਕੋ ਸਿਮਰਨ ਸਾਰੇ। ਇਉਂ ਸਤਨਾਮ ਪਰਮੇਸ਼ਰ ਦਾ ਸਭ ਨਾਮ ਸਿਮਰਨ ਹੋਵੇ। ਉਪਦੇਸ਼ੋ ਹੋਏ ਭਗਤ ਉਦਾਰੇ। ਤੁਸੀਂ ਸਭ ਨੂੰ ਉਪਦੇਸ਼ ਦਿਓ ਤਾਂ ਕਿ ਮਹਾਨ ਤੁਹਾਡੇ ਹੀ ਭਗਤ ਹੋਣ। ਨਰਨ ਹਜ਼ਾਰਨ ਕੋ ਕਲਿਆਣ। ਹਜ਼ਾਰਾਂ ਲੋਕਾਂ ਦਾ ਜੋ ਕਲਿਆਣ ਹੈ, ਮੁਕਤੀ ਹੈ, ਕਰੋ ਆਪ ਦੇ ਕਰ ਔਰ ਗਿਆਨ। ਹੁਣ ਤੁਸੀਂ ਸਭ ਦੇ ਹਿਰਦੇ ਵਿੱਚ ਰੱਬੀ ਗਿਆਨ ਦੇ ਕਰਕੇ ਸਭ ਦਾ ਉਧਾਰ ਕਰੋ, ਕਲਿਆਣ ਕਰੋ। ਪ੍ਰੇਮ ਭਗਤ ਮੈਂ ਹੇਰ ਤੁਮਾਰੀ। ਤੁਹਾਡੀ ਪ੍ਰੇਮਾ ਭਗਤੀ ਨੂੰ ਵੇਖ ਕਰਕੇ ਬਸ ਹੋਇ ਦਈ ਸਮਗਰੀ ਸਾਰੀ। ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ, ਅਸੀਂ ਤੁਹਾਡੇ ਬਸ ਹੋ ਕੇ ਤੁਹਾਨੂੰ ਸਾਰੀ ਸਮੱਗਰੀ ਬਖਸ਼ ਦਿੱਤੀ। ਪੈਸੇ ਪੰਜ ਨਾਰੀਅਲ ਏਕ। ਫਿਰ 5 ਪੈਸੇ ਤੇ 1 ਨਾਰੀਅਲ। ਲੈ ਦਾਸੂ ਤੇ ਜਲਦ ਵਿਵੇਕ। ਆਪਣੇ ਪੁੱਤਰ ਬਾਬੇ ਦਾਸੂ ਜੀ ਤੋਂ ਜਲਦ ਗਿਆਨ ਦੇ ਸਮੁੰਦਰ ਸਤਿਗੁਰਾਂ ਨੇ ਲਿਆ ਹੈ। ਠਾੜ ਭਏ ਪਰ ਦਛਨਾ ਦੀਨੀ। ਫਿਰ ਮਹਾਰਾਜ ਖੜੇ ਹੋਏ ਤੇ ਗੁਰੂ ਅਮਰਦਾਸ ਜੀ ਦੀ ਪ੍ਰਕਰਮਾ ਕੀਤੀ। ਸ੍ਰੀ ਗੁਰ ਘਰ ਕੀ ਰੀਤ ਸੋ ਕੀਨੀ। ਜੋ ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੀ ਰੀਤੀ ਮਰਜ਼ਾਦਾ ਹੈ, ਉਹ ਸਾਰੀ ਕੀਤੀ ਹੈ। ਪੈਸੇ ਪੰਜ ਅਗਾਰੀ ਧਰੇ। 5 ਪੈਸੇ ਉਹ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਅੱਗੇ ਧਰ ਦਿੱਤੇ। ਝੋਲੀ ਮਹਿ ਨਲੇਰ ਪਾ ਕਰੇ। ਤੇ ਝੋਲੀ ਵਿੱਚ ਲਲੇਰ ਪਾ ਦਿੱਤਾ ਹੈ। ਕਰ ਬੰਧਨ ਸਿੰਘਾਸਨ ਦੀਨਾ। ਫਿਰ ਨਮਸਕਾਰ ਕਰਕੇ ਮਰਜ਼ਾਦਾ ਤਹਿਤ ਗੁਰੂ ਨਾਨਕ ਦੇ ਪਾਤਸ਼ਾਹ ਦਾ ਗੁਰਤਾ ਗੱਦੀ ਸਿੰਘਾਸਣ ਬਖਸ਼ ਦਿੱਤਾ। ਬ੍ਰਿਧ ਤੋ ਕੋ ਤਿਲਕ ਲਗਾਵਨ ਕੀਨਾ। ਬਾਬਾ ਬੁੱਢਾ ਜੀ ਤੋਂ ਫਿਰ ਅੱਗੇ ਗੁਰਤਾ ਗੱਦੀ ਦਾ ਤਿਲਕ ਲਵਾਉਣਾ ਕੀਤਾ। ਪੁਨ ਸੰਗਤ ਮੈਂ ਕਹਿਓ ਸੁਣਾਏ। ਇਹ ਮਰਜ਼ਾਦਾ ਹੁੰਦੀ ਸੀ ਪਹਿਲਾਂ ਗੁਰੂ ਸਾਹਿਬ ਨੇ ਜਦੋਂ ਕਿਸੇ ਗੁਰੂ ਨੂੰ ਗੱਦੀ ਬਖਸ਼ਣੀ, ਅੱਗੇ ਆਪ 5 ਪੈਸੇ ਨਾਰੀਅਲ ਰੱਖ ਕੇ ਪ੍ਰਕਰਮਿਆਂ ਕਰ ਮੱਥਾ ਟੇਕਣਾ।
ਉਸ ਉਪਰੰਤ ਦੂਜੇ ਨੰਬਰ ਤੇ ਫਿਰ ਬਾਬਾ ਬੁੱਢਾ ਜੀ ਦੀ ਵਾਰੀ ਆਉਂਦੀ ਸੀ। ਬਾਬਾ ਬੁੱਢਾ ਜੀ ਨੇ ਉੱਠ ਕੇ ਤਿਲਕ ਦੇਣਾ। ਉਸ ਤੋਂ ਬਾਅਦ ਫਿਰ ਗੁਰਮੁਖੋ ਜਿੰਨੇ ਪ੍ਰਮੁੱਖ ਸਿੱਖ ਹੈ, ਜਿੱਥੇ ਜਿੱਥੇ ਕੋਈ ਪ੍ਰਚਾਰਕ, ਉਹ ਫਿਰ ਜਿਹੜਾ ਹੈ ਅੱਗੇ ਮਰਿਆਦਾ ਸਹਿਤ ਦਸਤਾਰ ਇਤਿਆਦਿ ਕੋ ਭੇਟਾ ਦਿੰਦੇ, ਨਮਸਕਾਰ ਕਰਦੇ ਉੱਠ ਕੇ। ਬਖਸ਼ਿਸ਼ਾਂ ਜਿਨ੍ਹਾਂ ਨੂੰ ਹੋਈਆਂ ਬਖਸ਼ਿਸ਼ਾਂ ਵਾਲੇ, ਫੇਰ ਅੱਗੇ ਦੀ ਅੱਗੇ ਬਾਕੀ ਸੰਗਤ। ਇਹੋ ਜਿਹੀ ਰੀਤਾਂ ਜਿਹੜੀਆਂ ਨੇ ਇਹ ਗੁਰੂ ਘਰ ਦੇ ਵਿੱਚ ਰਹੀਆਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਉਂ ਫਿਰ ਜਦੋਂ ਬਾਬਾ ਬੁੱਢਾ ਜੀ ਨੇ ਤਿਲਕ ਕੀਤਾ ਹੈ, ਪੁਨ ਸੰਗਤ ਮੈਂ ਕਹਿਓ ਸੁਨਾਏ, ਫਿਰ ਸੰਗਤਾਂ ਵਿੱਚ ਮਹਾਰਾਜ ਨੇ ਸੁਣਾ ਕਰ ਇਹ ਕਿਹਾ, ਸੰਗਤ ਨੂੰ ਉਪਦੇਸ਼ ਦਿੰਦਿਆਂ, ਮਮ ਸਰੂਪ ਅਬ ਇਹ ਸੁਹਾਏ। ਭਾਈ ਐ ਸੰਗਤੇ ਹੁਣ ਇਹ ਮੇਰਾ ਹੀ ਸਰੂਪ ਨੇ ਜੋ ਸੋਭ ਰਹੇ ਹਨ। ਮੋਹ ਮਹਿ ਇਨ ਮਹਿ ਭੇਦ ਨਾ ਜਾਨੋ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੇ ਕਿਹਾ, ਭਾਈ ਸੰਗਤ ਜੀ, ਮੇਰੇ ਵਿੱਚ ਤੇ ਇਹਨਾਂ ਦੇ ਵਿੱਚ, ਭਾਵ ਗੁਰੂ ਅਮਰਦਾਸ ਜੀ ਦੇ ਵਿੱਚ ਕੋਈ ਭੇਦ ਨਹੀਂ ਜਾਣਨਾ ਹੈ। ਗੁਰਮੁਖੋ 10 ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰਸਿੱਖ ਉਹ ਹੈ ਜਿਹੜਾ ਗੁਰੂ ਦੇ ਵਿੱਚ ਕੋਈ ਭੇਦ ਨਾ ਜਾਣੇ। ਇਹੋ ਜਿਹੇ ਵੀ ਬਹੁਤ ਆ ਜਾਂਦੇ ਆ। ਆ ਇੱਕ ਅਖਬਾਰ ਪਿੱਛੇ ਚੱਲਿਆ ਸੀ, ਹੁਣ ਵੀ ਸ਼ਾਇਦ ਆਉਂਦਾ, ਉਹਦਾ ਨਾਮ ਸ਼ਾਇਦ ਸਪੋਕਸਮੈਨ ਹੈ, ਉਹਦਾ ਮਾਲਕ ਹੈ ਜੋਗਿੰਦਰ ਸਿੰਘ। ਸਾਨੂੰ ਉਹ ਦੱਸਦੇ ਜਿਹੜੇ ਉਹਦੇ ਨੇੜ ਦੇ ਪ੍ਰੇਮੀ ਬੜੇ ਪਹਿਲਾਂ ਜੁੜੇ ਸੀ, ਬੜਾ ਪੈਸਾ ਜੋ ਇਕੱਠਾ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ। ਉਹ ਚਲੋ ਇਹ ਜਾਂ ਕੁਛ ਬੜਾ ਚੱਲਦਾ ਹੈ। ਤੇ ਉਹਨੇ ਇਕੱਠ ਦੇ ਵਿੱਚ ਇਹ ਗੱਲ ਕਹੀ ਸੀ ਵੀ ਤੁਸੀਂ ਸਾਰੇ ਜਾਣੇ ਇਸ ਗੱਲ ਦਾ ਐਲਾਨ ਕਰੋ ਕਿ ਜੋਗਿੰਦਰ ਸਿੰਘ ਕੋਈ ਨਹੀਂ, ਜੇ ਨੇ ਅੰਮ੍ਰਿਤ ਨਹੀਂ ਛਕਿਆ, ਇਹ ਬਾਕੀ 9 ਗੁਰੂਆਂ ਦਾ ਤਾਂ ਸਿੱਖ ਹੈਗਾ ਨਾ, ਇਹ ਗੁਰੂ ਨਾਨਕ ਦਾ ਸਿੱਖ। ਇਸ ਤਰ੍ਹਾਂ ਦਾ ਦੇਖੋ, ਇਹ ਜੇ ਹੁਣ ਕਮੀ ਹੈ, ਉਹ ਕਹਿ ਸਕਦਾ ਹੈ ਭਾਈ ਮੈਂ ਅੰਮ੍ਰਿਤਧਾਰੀ ਨਹੀਂ ਹਾਂ, ਪਰ ਉਸ ਗੱਲ ਨੂੰ ਸਹੀ ਸਿੱਧ ਕਰਨ ਵਾਸਤੇ ਇਹ ਕਹਿਣਾ ਵੀ ਚਲ ਕੋਈ ਨਹੀਂ, ਮੈਨੂੰ ਗੁਰੂ ਨਾਨਕ ਦਾ ਸਿੱਖ ਗਿਣ ਲਓ, ਗੁਰੂ ਗੋਬਿੰਦ ਸਿੰਘ ਦਾ ਨਾਮ ਸਹੀ, ਇਹ ਨਹੀਂ ਹੋ ਸਕਦਾ ਹੈ। ਗੁਰੂ ਪਾਤਸ਼ਾਹ ਮਹਾਰਾਜ, ਗੁਰੂ ਕੀ ਅੰਸ਼ ਵੰਸ਼ ਵੀ ਜੇ ਗੁਰੂ ਕਿਆਂ ਕੋਲੇ ਆਈ ਤਾਂ ਗੁਰਮੁਖੋ ਬਾਬਾ ਕਲਾਧਾਰੀ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅੰਸ਼ ਵੰਸ਼, ਤੇ ਉਹਨਾਂ ਦੇ ਕੋਈ ਅੱਗੇ ਔਲਾਦ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਆਏ। ਗੁਰੂ ਕਲਗੀਧਰ ਪਾਤਸ਼ਾਹ ਕਿਹਾ, ਬਾਬਾ ਜੀ ਗੁਰੂ ਨਾਨਕ ਦੇਵ ਮਹਾਰਾਜ ਦੀ ਅੰਸ਼ ਵੰਸ਼ ਹੋ ਤੁਸੀਂ, ਪਰ ਹਾਂ ਇੱਥੇ ਆਏ ਹੋ ਗੁਰੂ ਨਾਨਕ ਦੇ ਗੱਦੀ ਦੇ ਅਸੀਂ ਵਾਰਸ ਹਾਂ, ਅਗਰ ਤੁਸੀਂ ਮੰਗਣਾ ਫਿਰ ਸਾਡਾ ਬਚਨ ਮੰਨਣਾ ਪਊ, ਅੰਮ੍ਰਿਤ ਛਕੋ। ਉਹ ਕਹਿਣ ਲੱਗੀ ਜੀ ਅਸੀਂ ਤੇ ਗੁਰੂ ਨਾਨਕ ਦੇਵ ਜੀ ਦੀ ਅੰਸ਼ ਵੰਸ਼ ਹੈ। ਮਹਾਰਾਜ ਕਹਿੰਦੇ ਸਤਿਕਾਰ ਹੈ, ਪਰ ਗੁਰੂ ਨਾਨਕ ਦੇ ਘਰ ਦਾ ਹੁਣ ਇਹ ਅਸੂਲ ਹੈ ਕਿ ਅੰਮ੍ਰਿਤ ਛਕਣਾ ਪੈਣਾ। ਫਿਰ ਗੁਰਮੁਖੋ ਅੱਗੇ ਦੇਖੋ, ਫਿਰ ਬਾਬਾ ਸਾਹਿਬ ਸਿੰਘ ਬੇਦੀ ਜੀ, ਜਿਹੜੇ ਕਿੱਡੇ ਵੱਡੇ ਮਹਾਨ, ਜਿਨ੍ਹਾਂ ਨੇ ਸਤਿਕਾਰਯੋਗ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਰਾਜ ਗੱਦੀ ਦਾ ਤਿਲਕ ਬਖਸ਼ਿਆ, ਆਪ ਰਾਜ ਗੱਦੀ ਤੇ ਬਿਠਾਇਆ। ਐਸੇ ਮਹਾਂਪੁਰਸ਼ ਬੇਅੰਤ ਬਾਬਾ ਕਲਾਧਾਰੀ ਜੀ, ਸ਼ਕਤੀਆਂ ਦੇ ਵੱਲੋਂ ਕੋਈ ਤੋਟ ਨਹੀਂ ਸੀ, ਫਿਰ ਉਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਚਨ ਮੰਨਣਾ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਮੰਨ ਕੇ ਅੰਮ੍ਰਿਤ ਛਕਾਇਆ। ਇਸ ਤਰ੍ਹਾਂ ਦੀਆਂ ਬੇਅੰਤ ਪ੍ਰਮਾਣ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਹਿਣ ਦਾ ਭਾਵ ਹੈ ਕਿ ਗੁਰੂ ਵਿੱਚ ਕੋਈ ਭੇਦ ਨਹੀਂ ਜਾਣਨਾ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ, ਭੇਦ ਨਾ ਭਾਈ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ 10 ਪਾਤਸ਼ਾਹੀਆਂ, ਫਿਰ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਜੀ 10 ਪਾਤਸ਼ਾਹੀਆਂ ਦੀ ਜੋਤ ਹੈ।
ਦਸਾਂ ਪਾਤਸ਼ਾਹੀਆਂ ਦੇ ਵਿੱਚ ਕੋਈ ਵੀ ਭੇਦ ਰੰਚਕ ਮਾਤਰ ਵੀ ਸਿੱਖ ਨੇ ਖਿਆਲ ਨਹੀਂ ਲਿਆਉਣਾ ਕਿ ਕੋਈ ਫਰਕ ਹੈ। ਇੱਕੋ ਸਰੂਪ ਗੁਰੂ ਪਾਤਸ਼ਾਹ ਮਹਾਰਾਜ ਨੂੰ ਜਾਣਨਾ ਹੈ, ਫੇਰ ਹੀ ਗੁਰਮੁਖੋ ਪੂਰਾ ਲਾਭ ਸਤਿਗੁਰੂ ਦੇ ਦਰ ਤੋਂ ਪ੍ਰਾਪਤ ਹੋ ਸਕਦਾ ਹੈ। ਗੁਰੂ ਪਾਤਸ਼ਾਹ ਮਹਾਰਾਜ, ਕਿਉਂਕਿ ਗੁਰੂ ਜੋਤ ਹੈ, ਜੋਤ ਰੱਬੀ ਹੈ। ਇਹ ਸਰੀਰ ਤਾਂ ਇੱਕ ਬਾਣਾ ਰੂਪ ਹੈ ਜਿਹੜਾ ਮਹਾਰਾਜ ਬਦਲਦੇ ਆਏ। ਜੋਤ ਇੱਕੋ ਹੀ ਹੈ, ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮੋਹ ਮਹਿ ਇਨ ਮਹਿ ਭੇਦ ਨਾ ਜਾਣੋ। ਮੇਰੇ ਵਿੱਚ ਤੇ ਇਹਨਾਂ ਦੇ ਵਿੱਚ, ਗੁਰੂ ਅਮਰਦਾਸ ਜੀ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਸੰਗਤ ਜੀ ਕੋਈ ਫਰਕ ਭੇਦ ਨਹੀਂ ਜਾਣਨਾ ਹੈ। ਏਕ ਸਰੂਪ ਦੋਹਨ ਕੋ ਮਾਨੋ। ਹਾਂ, ਸਾਨੂੰ ਦੋਹਾਂ ਨੂੰ ਇੱਕੋ ਹੀ ਸਰੂਪ ਜਾਣ ਲਓ। ਮੇਰੇ ਸਿੱਖ ਪੁੱਤਰ ਕੈ ਦਾਸ। ਮੇਰੇ ਜਿੰਨੇ ਵੀ ਸਿੱਖ, ਭਾਵੇਂ ਪੁੱਤਰ ਹੈ ਜਾਂ ਕੋਈ ਸੇਵਕ ਹੈ, ਅੰਤ ਸਮੇਂ ਜੋ ਚਹਿ ਮਮ ਪਾਸ। ਜਿਹੜੇ ਭਾਈ ਅੰਤ ਸਮੇਂ ਮੇਰੇ ਕੋਲ ਰਹਿਣਾ ਚਾਹੁੰਦੇ ਹਨ, ਸੋ ਸਭ ਉਠੋ ਬੰਦਨਾ ਠਾਨੋ। ਜਿਹੜੇ ਅੰਤ ਸਮੇਂ ਮੇਰੇ ਚਰਨਾਂ 'ਚ ਬਰਾਜਣਾ ਚਾਹੁੰਦੇ ਆ, ਫਿਰ ਉਹ ਸਾਰੇ ਉਠੋ ਤੇ ਗੁਰੂ ਅਮਰਦਾਸ ਜੀ ਨੂੰ ਬੰਦਨਾ ਕਰੋ, ਨਮਸਕਾਰ ਕਰੋ। ਨਹੀਂ ਅਪਰ ਵਿਦ ਮਨ ਮਹਿ ਆਨੋ। ਕਹਿੰਦੇ ਹੋਰ ਕਿਸੇ ਤਰ੍ਹਾਂ ਦਾ ਵੀ ਕੋਈ ਮਨ ਵਿੱਚ ਖਿਆਲ ਨਹੀਂ ਲਿਆਉਣਾ ਹੈ। ਸੁਣ ਕਰ ਜੁਗ ਸੋਤੇ ਆਗਿਆਕਾਰੀ। ਇਹ ਸੁਣ ਕਰਕੇ ਦੋਵੇਂ ਪੁੱਤਰ ਆਗਿਆਕਾਰੀ, ਆਗਿਆ ਮੰਨੀ। ਸ੍ਰੀ ਚੰਦ ਬ੍ਰਿਧ ਬੰਧਨ ਧਾਰੀ। ਤੇ ਬਾਬਾ ਸ੍ਰੀ ਚੰਦ ਜੀ ਜਦੋਂ ਗੁਰਤਾ ਗੱਦੀ ਬਖਸ਼ੀ ਗੁਰੂ ਅੰਗਦ ਦੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ, ਉਸ ਸਮੇਂ ਬਾਬਾ ਸ੍ਰੀ ਚੰਦ ਜੀ ਵੀ ਹਾਜ਼ਰ ਸਨ ਤੇ ਸਾਰਿਆਂ ਨੇ ਹੀ ਬੰਦਨਾ ਕੀਤੀ। ਤਬ ਪੀਛੇ ਸਿੱਖ ਸੰਗਤ ਸਾਰੇ। ਉਸ ਉਪਰੰਤ ਫਿਰ ਸਾਰੀਆਂ ਸਿੱਖ ਸੰਗਤਾਂ ਕਰੀ ਨਮਹਿ ਸ੍ਰੀ ਅਮਰ ਅਗਾਰੇ। ਸਾਰਿਆਂ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ। ਪੇਖ ਪ੍ਰਸੰਨ ਭੇ ਗੁਰ ਗਤ ਦਾਈ। ਗੁਰ ਗਤ ਦਾਈ, ਮੁਕਤੀ ਦਾਤੇ ਸਤਿਗੁਰੂ ਜੀ ਇਹ ਵੇਖ ਕਰਕੇ ਬਹੁਤ ਪ੍ਰਸੰਨ ਹੋਏ। ਸੰਮਤ ਥੇ ਤਬ ਨਾਨਕ ਸ਼ਾਹੀ। ਉਸ ਸਮੇਂ ਜਿਹੜਾ ਭਾਈ ਸੰਮਤ ਥੀ ਨਾਨਕ ਸ਼ਾਹੀ। 80 ਜੁਗ ਉੱਪਰ ਪਹਿਚਾਨੋ। ਉਹ ਜਾਣ ਲਓ ਵੀ 80 ਜੁਗ ਉੱਪਰ, ਜੁਗ ਨਾਮ ਹੈ 2 ਦਾ, 80 ਤੋਂ ਉੱਪਰ 2 ਜਾਣ ਲਓ। ਚੇਤ ਸੁਦੀ ਤਿਥ ਏਕਮ ਜਾਨੋ। ਚੇਤ ਸੁਦੀ ਏਕਮ ਭਾਵ ਚੇਤ ਮਹੀਨੇ ਵਿੱਚ ਆਈ ਹੋਈ ਮੱਸਿਆ ਤੋਂ ਦੂਜਾ ਦਿਨ, ਉਦੋਂ ਬਾਅਦ ਸੁਦੀ ਸ਼ੁਰੂ ਹੋ ਜਾਂਦੀ ਹੈ। ਚੇਤ ਮਹੀਨੇ 'ਚ ਜਦੋਂ ਵੀ ਮੱਸਿਆ ਆਊ, ਉਸ ਤੋਂ ਦੂਜੇ ਦਿਨ ਸੁਦੀ ਏਕਮ ਨੂੰ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਬਖਸ਼ੀ। ਆ ਜਿਹੜੇ ਕਹਿੰਦੇ ਵੀ ਤਰੀਕਾਂ ਪੱਕੀਆਂ ਕਰੋ ਜੀ, ਇਹ ਪੱਕੀ ਹੋਈ ਤਰੀਕ ਹੈ ਜੀ। ਚੇਤ ਸੁਦੀ ਏਕਮ ਪੱਕੀ ਹੋਈ ਹੈ। ਤੇ ਹੁਣ ਜੇ ਉਹਨੂੰ ਤੁਸੀਂ ਇਹਦੇ 'ਚ ਘਸੈਟ ਕਰੋਗੇ ਜਾਂ ਨਹੀਂ, ਅੰਗਰੇਜ਼ੀ ਕੈਲੰਡਰ ਦੀ ਤਰੀਕ ਮੁਤਾਬਕ, ਤਾਂ ਫਿਰ ਉਹ ਤਾਂ ਹੁਣ ਇਹ ਦੇਖਣਾ ਤਰੀਕ ਤੇ ਕੋਈ ਕੱਚੀ ਨਹੀਂ ਹੈ, ਪੱਕੀਆਂ ਹੀ ਨੇ ਸਾਰੀਆਂ। ਇਹ ਇੱਕ ਸਾਨੂੰ ਭਰਮ ਪਾਤਾ ਨਹੀਂ ਜੀ, ਜਿਹੜੀ ਇਸ ਮੁਤਾਬਕ ਤਰੀਕਾਂ ਗੁਰੂ ਦਾ ਗੁਰਮੁਖੋ ਇਤਿਹਾਸ ਹੈ। ਤੇ ਚੇਤ ਸੁਦੀ ਏਕਮ ਤਿਥ ਸੀ ਤੇ 82 ਨਾਨਕ ਸ਼ਾਹੀ ਸੰਮਤ। ਤੇ ਉਸ ਸਮੇਂ ਗੁਰਤਾ ਗੱਦੀ ਬਖਸ਼ੀ। ਜਿਹੜੇ ਗੱਲ ਆਪਾਂ ਪਹਿਲਾਂ ਕੀਤੀ ਸੀ, ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਹੜਾ ਹੈ ਉਹ ਲਿਖਾਰੀ ਅਵਤਾਰ ਜਿਹੜਾ ਹੈ ਕੋਈ, ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਉਸੇ ਸਾਲ ਵਿੱਚ ਹੀ ਮੰਨਦੇ ਹਨ। ਤੇ ਕੁਝ ਭਾਈ ਜਨਮ 1526 ਬਿਕਰਮੀ, ਕੁਝ 1536। ਜੇ ਤਾਂ ਹੁਣ 36 ਮੁਤਾਬਕ ਹੈ ਫਿਰ ਤੇ 72 ਸਾਲ ਦੀ ਉਮਰ ਬਣਦੀ। ਜੇ 26 ਦੇ ਮੁਤਾਬਕ ਹੀ, ਜਿਵੇਂ ਇਹਨਾਂ ਨੇ ਸੰਤ ਰੇਣ ਜੀ ਨੇ ਇਹੀ ਦਿੱਤਾ, ਫਿਰ 82।
ਤੋ ਇਸ ਤਰ੍ਹਾਂ ਚੇਤ ਸੁਧੀ ਏਕਮ ਹੈ। ਇੱਥੇ ਹੁਣ ਕਿਉਂਕਿ ਆਪਾਂ ਪਹਿਲਾਂ ਹੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ, ਸੰਤ ਨੈਣ ਪ੍ਰੇਮ ਸਿੰਘ ਜੀ ਨੇ ਜਿੱਥੇ ਵੀ ਵਰਤਿਆ ਉਹ ਨਾਨਕ ਸ਼ਾਹੀ ਸੰਮਤ ਵਰਤਿਆ। ਜਿਹੜਾ ਹੁਣ ਪਹਿਲਾਂ ਵੀ ਗੱਲ ਹੋਈ ਸੀ ਨਾ, ਵੀ ਹੁਣ ਰੌਲਾ ਪਾਇਆ ਜਾਂਦਾ ਜੀ ਮੂਲ ਨਾਨਕ ਸ਼ਾਹੀ ਕੈਲੰਡਰ ਵੀ ਇਹ ਬਣਾਇਆ ਜੀ ਪੁਰੇਵਾਲ ਨੇ। ਪੁਰੇਵਾਲ ਤਾਂ ਜੰਮਿਆ ਨਹੀਂ ਸੀ ਉਹਦੇ ਜਿੱਦਾਂ ਇਹ ਇਤਿਹਾਸ ਲਿਖਿਆ, ਤੇ ਇਹਦੇ ਵਿੱਚ ਵੀ ਨਾਨਕ ਸ਼ਾਹੀ ਸੰਮਤ ਵਰਤਿਆ ਹੋਇਆ, ਉਹ ਤਾਂ ਜੰਮਿਆ ਵੀ ਨਹੀਂ ਸੀ। ਤੇ ਫਿਰ ਇਹ ਕੋ ਕਹਿੰਦਾ ਵੀ ਬਣਾਇਆ ਹੀ ਮੈਂ, ਪਹਿਲਾਂ ਤਾਂ ਕੋਈ ਨਾਨਕ ਸ਼ਾਹੀ ਸੰਮਤ ਹੀ ਹੈ ਨਹੀਂ ਸੀ। ਉਹਨੂੰ ਫਿਰ ਇਹ ਮੂਲ ਕਹਿੰਦੇ ਆ 2000 ਕਨੀ 3 ਵਾਲੇ ਨੂੰ ਜਾਂ 5 ਆ ਪਤਾ ਨਹੀਂ ਅਗੇ ਜੀ। ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਉਹ ਤਾਂ ਸਾਕਾ ਕੈਲੰਡਰ ਦੀ ਨਕਲ ਹੈ। ਸਰਕਾਰ ਨੇ, ਅੰਗਰੇਜ਼ਾਂ ਨੇ ਇੱਕ ਸਾਕਾ ਕੈਲੰਡਰ ਬਣਾਇਆ ਸੀ, ਬਾਅਦ ਚ ਸਰਕਾਰ ਨੇ ਉਹਨੂੰ ਬਹੁਤ ਕੋਸ਼ਿਸ਼ ਕੀਤੀ ਪਰ ਉਹ ਮੰਨਿਆ ਨਾ ਗਿਆ। ਫਿਰ ਉਹਦਾ ਇੱਕ ਰੂਪ ਬਦਲ ਕੇ ਨਾਂ ਹੁਣ ਨਾਨਕ ਸ਼ਾਹੀ ਧਰ ਕੇ ਇਹ ਪੁਰੇਵਾਲ ਨੇ ਕੈਲੰਡਰ ਬਣਾਇਆ। ਇਨ ਬਿਨ ਉਹਦੀ ਨਕਲ ਹੈ। ਜਿਹੜਾ ਅਸਲ ਨਾਨਕ ਸ਼ਾਹੀ ਕੈਲੰਡਰ ਆ ਉਹ ਇੱਥੇ ਵਰਤ ਰਹੇ ਨੇ। ਚੇਤ ਸੁਧੀ ਏਕਮ 82 ਨਾਨਕ ਸ਼ਾਹੀ ਜਿਹੜਾ ਸੰਮਤ ਹੈ, ਇਹਨੂੰ ਗੁਰਮੁਖੋ ਜਿਹੜਾ ਹੈ 1526 ਦੇ ਵਿੱਚ 82 ਜੋੜ ਲਓ ਤੇ ਇਹ ਬਣ ਜਾਣੇ ਆ 8 ਉੱਤੇ 1608 ਬਿਕਰਮੀ ਸੰਮਤ ਬਣ ਗਿਆ। ਜਿੱਦਾਂ ਚੇਤ ਸੁਧੀ ਏਕਮ 1608 ਬਿਕਰਮੀ ਸੰਮਤ ਹੈ। ਤੋ ਉਸ ਦਿਨ 80 ਜੁਗ ਉੱਪਰ ਪਹਿਚਾਨੋ, ਚੇਤ ਸੁਧੀ ਤਿਥ ਏਕਮ ਜਾਨੋ। ਦੁਤੀਏ ਤ੍ਰਿਤੀਏ ਮੇਲੋ ਭਇਓ। ਫਿਰ ਦੂਜ ਤੇ ਤੀਜ ਨੂੰ ਬਹੁਤ ਇਕੱਠ ਹੋਇਆ। ਏਕਮ ਨੂੰ ਗੱਦੀ ਬਖਸ਼ਤੀ, ਦੂਜ ਔਰ ਤੀਜ ਵੱਡਾ ਇਕੱਠ ਹੋਇਆ ਹੈ। ਚੌਥ ਨੂੰ ਗੁਰੂ ਅੰਗਦ ਦੇ ਮਹਾਰਾਜ ਜੋਤੀ ਜੋ ਸਮਾਉਂਦੇ ਆ। ਦੁਤੀਏ ਤ੍ਰਿਤੀਏ ਮੇਲੋ ਬੜਾ ਵੱਡਾ ਮੇਲਾ, ਜੋੜ ਮੇਲਾ ਹੋਇਆ। ਸਤ ਸੰਗਤ ਪੁਨ ਜਗ ਬਹੁ ਥਇਓ। ਬੜੀ ਵੱਡੀ ਸਤਸੰਗ ਜੁੜੀ ਹੈ, ਬੜਾ ਵੱਡਾ ਜਗ, ਗੁਰੂ ਕੇ ਲੰਗਰ ਲੱਗੇ ਹਨ, ਬਹੁਤ ਇਕੱਠ ਹੋਇਆ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦੁਤੀਏ ਮਹੱਲੇ, ਦੂਜੇ ਮਹੱਲੇ ਦੇ ਸ੍ਰੀ ਅਮਰਦੇਵ ਜੀ ਕੋ ਗੁਰਤਾ ਦੇਵਨ ਪ੍ਰਸੰਗ। ਸ੍ਰੀ ਗੁਰੂ ਅਮਰਦੇਵ ਮਹਾਰਾਜ ਜੀ ਨੂੰ ਗ੍ਰੰਥਾਂ ਵਿੱਚ ਅਮਰਦੇਵ ਹੀ ਆਉਂਦਾ ਹੈ। ਆਮ ਪ੍ਰਚਲਿਤ ਗੁਰੂ ਸਾਹਿਬ ਦਾ ਨਾਮ ਅਮਰਦਾਸ। ਤੋ ਗੁਰਤਾ ਗੱਦੀ ਦੇਵਨ ਦਾ ਇਹ ਪ੍ਰਸੰਗ ਵਰਣਨ ਕੀਤਾ। ਨਾਮ ਚਤੁਰਦਸਮ ਮੰਦਰ ਹੈ, 4 ਤੇ 10 14ਵੇਂ ਘਰ ਦਾ ਇਹ ਪ੍ਰਸੰਗ ਹੈ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।